सुन सकन स्पीकर की चोन उन सदन स्पीकर की चोन करेगा। सदन के नेता प्रस्ताव श्रीमान जी, मैं प्रस्ताव करना कि सरदार अवतार सिंह संधवा जो कि पंजाब विधानसभा के मैंबर हैं ते इस समय सदन के हाजिर हैं, उन्होंने विधानसभा के स्पीकर चुने। स्पीकर साहब, मैं इस प्रस्ताव की प्रौढ़ता करता हूं। प्रस्ताव पेश किया गया कि सरदार अवतार सिंह संधवा जो कि पंजाब विधानसभा के मेंबर हैं इस समय सदन में मौजूद हैं, उनको इस विधानसभा के स्पीकर चुने गए। कोई बहुत प्रस्ताव है? नहीं, क्योंकि इससे माननीय मेंबर द्वारा कोई बहुत प्रस्ताव पेश नहीं किया गया है। मैं सरदार अवतार सिंह संधवा एमएलए विधानसभा के स्पीकर बजूं सर्वसम्मति नाम चुने जाने का ऐलान कर रहा हूं। मुख्यमंत्री जी को विनती करता हूं कि सरदार अवतार सिंह संधवा माननीय स्पीकर साहिबान उन्होंने चेयर पे शोभित करके करता हूं। सारा करना ना माननीय स्पीकर साहब, बहुत बहुत धन्यवाद। आज मुझे बहुत खुशी है कि देश की प्रणाली के एक आम घरां चों चुने हुए विधानसभा के मैंबर तो स्पीकर जिहड़ा अहुदा है बहुत बड़ा अहुदा है, खुशी है चुने गए हैं और विरोधी धिर वालों भी सर्वसम्मति नाल नाम से वोट लाई गई है। मैनूं उम्मीद है कि ये विधानसभा जी है ये क्योंकि तुसीं कस्टोडियन हाउस के सारे बराबर का मौका देंगे, सवाल रखने का मौका देंगे, क्योंकि डेमोक्रेसी के विरोधी धिर ना हो, पक्ष ना हो, अपोजिशन ना हो, डेमोक्रेसी कंप्लीट नहीं होती। सो जिन्हें भी मेरे साथी विधानसभा अपोजिशन वालों बैठे ने
ਮੈਨੂੰ ਉਮੀਦ ਹੈ ਕਿ ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ ਟਾਈਮ ਦਿਓਗੇ, ਕਿਉਂਕਿ ਦੋਸਤ ਉਹੀ ਹੁੰਦਾ ਸੀ ਜਿਹੜਾ ਤੁਹਾਡੀਆਂ ਕਮੀਆਂ ਦੱਸਦਾ ਹੈ। ਸੋ ਤੁਹਾਨੂੰ ਮੈਂ ਵਧਾਈ ਦਿੰਦਾ ਇਸ ਗੱਲ ਦੀ ਕਿ ਤੁਸੀਂ ਦੂਜੀ ਵਾਰ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਹੋ ਔਰ ਵੱਡੇ ਬਹੁਮਤ ਨਾਲ ਚੁਣੇ ਗਏ ਹੋ। ਤੇ ਜਿੰਨੇ ਵੀ ਸੱਤਾਧਾਰੀ ਪੱਖ ਦੇ ਵਿੱਚ ਬੈਠੇ ਸਾਰੇ MLA ਸਾਹਿਬਾਨ, ਮਿਨਿਸਟਰ ਸਾਹਿਬਾਨ, मैं इन्होंने बिहाफ से वादा करता कोई भी ऐसा सवाल जिसका जवाब ना मिले असी इस तरह होने नहीं देवांगे। हर सवाल का जवाब डिटेल देवांगे और बड़े सीनियर ने बिल्कुल सीनियर ने विपक्ष के सारे ਜਿਹੜੇ बैठे ने ਤੇ ਮੈਨੂੰ ਉਮੀਦ ਹੈ ਕਿ ਆਪਣਾ ਇਸ ਹਾਊਸ ਨੂੰ ਇੱਕ ਨਮੂਨੇ ਦਾ ਹਾਊਸ ਪੂਰੇ ਕੰਟਰੀ ਦੇ ਵਿੱਚ ਜਿਹਦੀ ਚਰਚਾ ਹੋਵੇ ਕਿ ਹਾਂ ਇੱਕ ਹਾਊਸ ਚੱਲਦਾ ਹੈ ਜਿਹੜਾ ਜਿੱਥੇ ਸਾਰਿਆਂ ਨੂੰ ਮੌਕਾ ਮਿਲਦਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਉਹਦਾ ਕੋਈ ਟਾਈਮ ਲੱਗ ਜਾਂਦਾ ਉਸ ਚੀਜ਼ ਨੂੰ ਕਿ ਇਹਨੂੰ ਲਾਈਵ ਕੀਤਾ ਜਾਵੇ ਤਾਂ ਕਿ ਤੁਸੀਂ ਜਿੱਥੋਂ ਚੁਣ ਕੇ ਆਏ ਹੋ ਤੁਸੀਂ ਆਪਣੇ ਵੋਟਰਾਂ ਨੂੰ ਤੁਸੀਂ ਆਪਣੇ ਉਹਨਾਂ ਦੇ ਨੁਮਾਇੰਦੇ ਹੋਣ ਦੇ ਨਾਤੇ ਉਹਨਾਂ ਨੂੰ ਦੱਸ ਸਕੋ ਕਿ ਅਸੀਂ ਤੁਹਾਡੇ ਲਈ ਆਹ ਬੋਲੇ ਜਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਵੀਡੀਓਜ਼ ਮਿਲਦੀਆਂ ਨੇ। ਸੋ ਹੁਣ ਮੇਰੇ ਖਿਆਲ 'ਚ ਕਿਸੇ ਨੂੰ ਤੇ ਮੋਬਾਈਲ ਤੇ ਵੀਡੀਓ ਬਣਾਉਣੀ ਪਊਗੀ ਤੇ ਨਾ ਹੀ ਮੋਬਾਈਲ ਤੇ ਵੀਡੀਓ ਬਣਾਉਣ ਤੇ ਪ੍ਰਿਵਿਲੇਜ ਦਾ ਜਿਹੜਾ ਉਹ ਕੋਈ ਕੇਸ ਬਣੂਗਾ। ਸੋ ਇਹ ਲੋਕਾਂ ਦੀ ਸਭਾ ਹੈ, ਇਹ ਲੋਕਾਂ ਦੁਆਰਾ ਚੁਣੀ ਹੋਈ ਹੈ, ਇਸ ਕਰਕੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੇ ਨੁਮਾਇੰਦੇ ਕੀ ਬੋਲ ਰਹੇ ਨੇ, ਸਾਡੇ ਨੁਮਾਇੰਦੇ ਨਹੀਂ ਬੋਲ ਰਹੇ, ਕਿਉਂ ਨਹੀਂ ਬੋਲ ਰਹੇ। ਇਹ ਲੋਕਾਂ ਦਾ ਜਦੋਂ ਪ੍ਰੈਸ਼ਰ ਪਊਗਾ ਕਿ ਤੁਸੀਂ ਕਿਉਂ ਨਹੀਂ ਬੋਲੇ ਤਾਂ ਸਪੀਕਰ ਸਾਹਿਬ ਸਾਰਿਆਂ ਨੂੰ ਬੋਲਣ ਦਾ ਚਾਅ ਹੋਊਗਾ। ਜਿਸ ਤਰ੍ਹਾਂ ਮੈਂ ਲੋਕ ਸਭਾ ਦੇ ਵਿੱਚ ਰਿਹਾ 0 ਆਵਰ ਦੇ ਵਿੱਚ ਕਈ ਵਾਰੀ ਜਿਹੜਾ 2-2 ਘੰਟੇ ਚੱਲਦਾ 0 ਆਵਰ ਤੇ ਸਾਰੇ ਬੋਲਦੇ ਨੇ ਔਰ ਆਪਣੇ ਆਪਣੇ ਖੇਤਰਾਂ ਦੇ ਵਿੱਚ ਜਾ ਕੇ ਵੀਡੀਓ ਦਿਖਾਉਂਦੇ। ਕੋਈ ਸਾਡਾ ਫਰਜ਼ ਨਹੀਂ ਹੈ ਇਲਾਕੀ ਤੌਰ ਤੇ ਵੀ ਤੇ ਅਸੀਂ ਜਿਨ੍ਹਾਂ ਨੇ ਚੁਣੇ ਆ ਉਹਨਾਂ ਨਾਲ ਵਾਅਦੇ ਕਰਕੇ ਆਏ ਬਹੁਤ ਸਾਰੇ, ਉਹ ਵਾਅਦੇ ਇਸ ਵਿਧਾਨ ਸਭਾ ਦੇ ਵਿੱਚ ਪੂਰੇ ਹੋਣ। ਬਕਾਇਦਾ ਰਿਟਨ ਤੌਰ ਤੇ ਵੀਡੀਓ ਆਡੀਓ ਜੋ ਵੀ ਚਾਹੂਗਾ ਮੀਡੀਆ ਨੂੰ ਵੀ ਸਾਰਾ ਕੁਝ ਮਿਲੂਗਾ। ਸੋ ਜਿੰਨੇ ਵੀ ਨਵੇਂ ਮੈਂਬਰਾਂ ਚੁਣ ਕੇ ਆਏ ਨੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ। ਭਾਵੇਂ ਮੇਰੀ ਮਰਜ਼ੀ ਪਾਰਟੀ ਦੇ ਨੇ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਪੀਕਰ ਸਾਹਿਬ ਤੁਹਾਡੀ ਕਸਟੋਡੀਅਨ ਦੇ ਅੰਦਰ ਅਸੀਂ ਕੰਮ ਕਰਾਂਗੇ ਔਰ ਮੈਂ ਇੱਕ ਵਾਰੀ ਫਿਰ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਵਧਾਈ ਦਿੰਦਾ ਤੇ ਨਾਲ ਉਮੀਦ ਵੀ ਇਹੀ ਕਰਦਾ ਕਿ ਜਦੋਂ ਤੁਸੀਂ ਅਗਵਾਈ ਕਰੋਗੇ ਇਸ ਹਾਊਸ ਦੀ ਤਾਂ ਇਸ ਹਾਊਸ ਦੇ ਚਰਚੇ ਪੂਰੇ ਦੇਸ਼ 'ਚ ਹੋਣਗੇ ਕਿ ਹਾਂ ਇੱਕ ਹਾਊਸ ਐਸਾ ਹੈਗਾ ਜਿੱਥੇ ਸਾਰਿਆਂ ਨੂੰ ਮੌਕਾ ਮਿਲ ਰਿਹਾ ਹੈ ਤੇ ਬੜਾ ਵਧੀਆ ਕੰਮ ਚੱਲ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਤੋਂ ਨੇ ਜਿਹੜੀਆਂ ਆਪਾਂ ਉਮੀਦਾਂ ਕੀਤੀਆਂ ਸਾਰਿਆਂ ਤੋਂ ਉਹ ਪੂਰੀਆਂ ਵੀ ਹੋ ਰਹੀਆਂ ਨੇ ਤੇ ਦੁਬਾਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਰਾਹ ਤੇ ਤੁਹਾਡੀ ਅਗਵਾਈ ਵਿੱਚ ਅਸੀਂ ਚੱਲਾਂਗੇ। ਬਹੁਤ ਬਹੁਤ ਧੰਨਵਾਦ ਮਾਨਯੋਗ। ਕਾਂਗਰਸ ਪਾਰਟੀ ਵੱਲੋਂ ਕੋਈ ਮਾਨਯੋਗ ਮੈਂਬਰ ਤੁਹਾਡਾ ਬਾਜਵਾ स्पीकर साहब, मैं सब तो पहले तो अपनी पार्टी में मान साहब को बधाई देना। परमात्मा ने बड़ा वधिया इन्होंने मौका
ਅੱਜ ਤੇ ਪੂਰੀ ਤਰ੍ਹਾਂ ਨਾਲ ਸੁਮਾਨ ਸਾਹਿਬ ਸਤਵਾ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ। सरदार मनप्रीत सिंह जारी। सब तो पहला भगवंत मान जी को बधाई देना, सारी टीम सरकार जुड़ी गई है, बहुत अच्छा होता है, बहुत बड़ा भरोसा थोड़ी पार्टी के पंजाब लोगों ने किया। सारे बाकी भी जितने मैंबर नवी तो के आए और भी विधान सभा के सारे बधाई देना। बड़ी अहम जिम्मेवारी बड़ा अहम अवसर दिता गया। पंजाब विधान सभा का स्पीकर बनाया गया। जिस तरह मैं गल की है कि पिछली विधान सभा के भी ओपोजिशन के बहुत वधिया ढंग के नाल पंजाब को चुकते रहे हो हुण भी जी जिम्मेवारी तुहानूं मिली आ बहुत वधिया ढंग के नाल निरपक्ष हो के तुसीं जिम्मेवारी निभाओगे। सारे सदन के जिहड़े मैंबर ने चाहे वो दूसरिया पार्टियां ओपोजिशन ने उन्होंने पूरा मौका दिता जाऊगा ताकि जोड़े पंजाब के जोड़े मुद्दे ने पंजाब के मसले ने उस ही ढंग से चके जान। क्योंकि सरकार जिम्मेवारी आ पंजाब के लोगों को सही प्रशासन देने की जो कि उन्होंने वादे किए पूरे करने। लेकिन जितने भी सरकार चंगे काम करूगी उससे शलाघा करांगे, लेकिन जितने भी सरकार की कमी होगी तो उससे अभी पूरा विरोध भी करांगे। क्योंकि ओपोजिशन ये मैं तीसरी बार पंजाब विधान सभा पहुंच गया मेरे दोस्तों के नाल साढ़े मुखी बड़ा बधाई होता। तो विरोध है जो वो इंसान को लेकर चलता थोड़ी कमियां पता लग जाती, इसलिए हैवी डिबेट इतनी होती रहूगी तो बिना किसी पक्षपात हो मैं आस करता कि इस सदन को सारे मौका दोगे तो गल रखने का नवे मैंबर ने जोड़े क्योंकि नवे मैंबर को जरूर बहुत बहुत मौका मिलना चाहिए ताकि भी अपने इलाके में अपनी गल रख सकते। जिस मैं तुहानूं फिर बधाई देना मौके से परमात्मा तुहानूं चढ़ती कला में रखे। तो दुनिया देखिएगा पाँच साल थोड़ा सारे धन्यवाद तुहानूं सारे फिर लग बधाई। धन्यवाद। श्रीमान निरंतर पाल जी, श्री अश्विनी शर्मा जी। सब तो पहला तो मान साहब को उन्होंने पूरी टीम को मैं भारतीय जनता पार्टी को शुभकामना देना। स्पीकर साहब आपकी भी चोन अज सर्वसम्मति के नाल आप स्पीकर के पद के उत्ते विराजित हुए हो, तुहानूं भी बहुत बहुत मुबारक। और ये पद जिहड़ा स्पीकर का है एक निष्पक्ष पद है जिहदे उत्ते विपक्ष की नज़र और सत्ता पक्ष को चाहे घट टाइम के उपर विपक्ष की आवाज थोड़े नेतृत्व से बुलंद रहे। और विपक्ष ने भी वही गल्लां कहनी है पंजाबियों को पंजाब के लोगों के हितों की। और सरकार मान साहब को जिसे शुभकामना ने उत्ते असीं ये भी उम्मीद करते हैं कि सरकार ने पंजाब की जनता के नाल जिहड़े वादे कीते ने उन्होंने पूरा करने के अंदर सरकार अपना ध्यान जिहड़ा पूरा लगाएगी। और इस मौके के उत्ते मैं आप जी को और नवी बनी सरकार को और मान साहब को पार्टी वालों शुभकामनावां और सकारात्मक भूमिका का यकीन दिलाना कि असीं हमेशा पॉजिटिव विपक्ष की भूमिका जी है वो भारतीय जनता पार्टी अदा करेगी। श्री निरंतर पाल जी। मानयोग स्पीकर साहब प्रवासी हाँ जिन्होंने इस पवित्र सदन के अंदर मैंने बोलने का मौका दिता। मैं सर्वसम्मति चुनिया जाने की इतने बधाई देना मुबारकबाद देना। उत्ते मानयोग सरदार भगवंत सिंह जी मान साहब और उन्होंने समुची कैबिनेट समुचे मैंबर साहबान को जी मुबारकबाद देना और आस करना कि तुसीं हमेशा अपोजिशन के साथियों का ख्याल रखोगे। ਜਿਹੜੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਸੱਤਾ 'ਚ ਆਏ ਆ ਉਹ ਪੰਜਾਬ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਯਤਨ ਕਰਾਂਗੇ। ਇਸ ਕਰਕੇ ਮੈਂ ਤੁਹਾਡਾ ਅੱਜ ਦੇ ਇਸ ਮੌਕੇ ਦੇ ਸਰਬਸੰਮਤੀ ਨਾਲ ਸਪੀਕਰ ਚੁਣੇ ਜਾਣ ਦੀ ਬਹੁਤ ਬਹੁਤ ਵਧਾਈ ਦਿੰਦਾ। ਧੰਨਵਾਦ। सरदार सुखपाल सिंह जी। स्पीकर साहब ਅੱਜ ਤੁਹਾਡੀ ਸਰਬਸੰਮਤੀ ਨਾਲ ਹੋਈ ਚੋਣ ਦੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਮੁਬਾਰਕਬਾਦ। यही कामना अरदास है कि वाहिगुरू इस सदन सारे मैंबर्स को
ਇਸ ਮਤ ਬਖਸ਼ੇ ਕਿ ਆਪਾਂ ਬਹੁਤ ਪੋਜ਼ਿਟਿਵ ਤਰੀਕੇ ਨਾਲ ਆਪਣੇ ਸੂਬੇ ਦੇ ਹਿੱਤਾਂ ਵਾਸਤੇ, ਆਪਣੇ ਸੂਬੇ ਦੀਆਂ ਜਿਹੜੀਆਂ ਦਰਪੇਸ਼ ਮੁਸ਼ਕਲਾਂ ਨੇ, ਚੁਣੌਤੀਆਂ ਨੇ, ਉਹਨੂੰ ਆਪਾਂ ਸਾਰੇ ਰਲ ਮਿਲ ਕੇ ਖੁਸ਼ਗਵਾਰ ਮਾਹੌਲ ਵਿੱਚ, ਕਿਉਂਕਿ ਅਨਫੋਰਚੂਨੇਟਲੀ ਓਵਰ ਦ ਲਾਸਟ 20 years there's been lot of bad blood in this house, ਆਪਾਂ ਉਸ ਨੂੰ ਖਤਮ ਕਰਨਾ ਔਰ ਅਸੀਂ ਜਿੱਦਾਂ ਸਾਰਿਆਂ ਨੇ ਕਿ ਮੈਂ ਸਭ ਦੀ ਗੱਲਾਂ ਦੀ ਤਾਇਦ ਕਰਦਾ ਵਾਂ, ਕੰਸਟਰਕਟਿਵ ਆਪੋਜੀਸ਼ਨ, ਕੰਸਟਰਕਟਿਵ ਰੋਲ, ਅਸੀਂ ਬਿਲਕੁਲ ਜਿੰਨੀਆਂ ਵੀ ਤੁਸੀਂ ਅੱਛੀਆਂ ਗੱਲਾਂ ਕਰੋਗੇ, ਮਾਨ ਸਾਹਿਬ ਤੁਸੀਂ ਮੇਰੇ ਕੋਲ ਬਹੁਤ ਸਤਿਕਾਰਯੋਗ ਹੋ, ਤੁਹਾਨੂੰ ਵੀ ਬਹੁਤ ਮੁਬਾਰਕਬਾਦ, ਤੁਸੀਂ ਇੱਕ ਬਹੁਤ ਨਾ ਸਿਰਫ ਮੁੱਖ ਮੰਤਰੀ ਬਣੇ ਹੋ, ਲੇਕਿਨ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਸਾਰੇ ਵਿਸ਼ਵ 'ਚ ਬੈਠੇ ਪੰਜਾਬੀ ਦੇਖ ਰਹੇ, ਜਿਹੜੇ ਵੀ ਤੁਸੀਂ ਅੱਛੀ ਗੱਲ ਕਰੋਗੇ ਅਸੀਂ ਤੁਹਾਡੇ ਨਾਲ, ਚਾਹੇ ਕਿਸੇ ਪਾਰਟੀ 'ਚ ਬੈਠੇ ਨਹੀਂ ਬੈਠੇ, ਤੁਹਾਡੇ ਨਾਲ ਰਵਾਂਗੇ। ਔਰ ਜਿੱਥੇ ਤੁਸੀਂ ਕੋਈ ਲੱਗੇਗਾ ਸਾਨੂੰ ਕਿ ਹਾਂ ਕੰਮ ਗਲਤ ਹੋ ਰਿਹਾ, ਅਸੀਂ ਆਪਣੀ ਗੱਲ ਜ਼ਰੂਰ ਕਵਾਂਗੇ। ਔਰ ਮੈਨੂੰ ਉਮੀਦ ਹੈ ਕਿ ਅਨਲਾਈਕ ਅਦਰ ਪੀਪਲ ਤੁਸੀਂ ਉਸ ਗੱਲ ਨੂੰ ਵੱਡੇ ਵਿਸ਼ਾਲ ਹਿਰਦੇ ਦੇ ਨਾਲ ਉਸ ਨੂੰ ਸਵੀਕਾਰ ਕਰੋ। ਇੱਕ ਗੱਲ ਤਾਂ ਇਹਨਾਂ ਨੇ ਮਾਨ ਸਾਹਿਬ ਨੇ ਬਹੁਤ ਅੱਛੀ ਪਹਿਲਾਂ ਹੀ ਕਰਤੀ ਹੈ ਕਿ ਅਸੀਂ ਲਾਈਵ ਕਰਨ ਦੀ ਕੋਸ਼ਿਸ਼ ਕਰਾਂਗੇ, ਬਿਕੋਜ਼ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਕੌਣ ਕੀ ਕਹਿ ਰਿਹਾ। ਇੱਕ ਸਪੀਕਰ ਸਾਹਿਬ ਤੁਹਾਡੇ ਜ਼ਰੀਏ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪਿਛਲੇ ਸਦਨ ਵਿੱਚ ਨਾ ਬਹੁਤ ਰਿਪਰੈਜ਼ੈਂਟੇਸ਼ਨ ਤੁਹਾਡੇ ਆਫਿਸ 'ਚ ਹੋਈਆਂ ਨੇ ਆਪੋਜੀਸ਼ਨ ਵੱਲੋਂ ਕਿ ਸਦਨ ਦੀ ਕਾਰਵਾਈ ਥੋੜੀ ਵਧਾਈ ਜਾਵੇ। ਵੈਸੇ ਤਾਂ 100 ਦਿਨ ਮੰਗਦੇ ਸੀ, ਚਲੋ 100 ਦਿਨ ਨਹੀਂ ਕਹਿ ਸਕਦੇ, ਪਰ ਇਹ ਵੀ ਜਿਹੜਾ ਸਦਨ ਸਿਰਫ ਇੱਕ ਅੱਧਾ ਦਿਨ, ਡੇਢ ਦਿਨ, 117 ਮੈਂਬਰਸ ਨੇ, ਸਭ ਨੇ ਆਪਣੇ ਆਪਣੇ ਇਲਾਕਿਆਂ ਦੀ ਗੱਲ ਕਰਨੀ ਹੈ, ਇਹਦਾ ਟਾਈਮ ਜ਼ਰੂਰ ਵਧਾਇਆ ਜਾਵੇ। ਅਸੀਂ ਬਿਲਕੁਲ ਫਰਜ਼ੀ ਵਾਕਆਊਟ ਨਹੀਂ ਕਰਾਂਗੇ, ਅਸੀਂ ਕੋਈ ਗੱਲ ਗਲਤ ਨਹੀਂ ਕਰਾਂਗੇ, ਅਸੀਂ ਤੁਹਾਡੇ ਨਾਲ ਇੱਥੇ ਪਾਰਟਿਸਿਪੇਟ ਕਰਾਂਗੇ, ਸਿਰਫ ਬਣਦਾ ਸਮਾਂ ਤੇ ਮਾਨ ਸਤਿਕਾਰ ਜਿਹੜਾ ਸਾਨੂੰ ਤੁਸੀਂ ਦਿੰਦੇ ਰਹੋ। ਦੈਟਸ ਆਲ। ਇੱਕ ਵਾਰ ਫਿਰ ਮੈਂ ਸਾਰਿਆਂ ਵੱਲੋਂ, ਆਪਣੇ ਜਿੰਨੇ ਕੁਲੀਗਸ ਸਾਰੇ ਬੋਲ ਨਹੀਂ ਸਕੇ, ਬਹੁਤ ਸਾਰੇ ਬੋਲਣਾ ਚਾਹੁੰਦੇ ਹੋਣਗੇ ਇੱਧਰੋਂ ਉੱਧਰੋਂ, ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ। ਸਾਰਿਆਂ ਨੂੰ ਪਹਿਲੇ ਤੇ ਸਾਨੂੰ ਸਭ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ। ਐਂਡ ਮੈਂ ਸਮਝਣਾ ਬੜੀ ਪੋਜ਼ਿਟਿਵ ਨੋਟ ਤੇ ਇਹ ਹਾਊਸ ਦੀ ਸ਼ੁਰੂਆਤ ਹੋਈ, ਯੂਨੈਨਿਮਸ ਤੁਹਾਡੀ ਇਲੈਕਸ਼ਨ ਹੋਈ। ਦੈਟ ਮੀਨਸ ਕਿ ਪੰਜਾਬ ਇਹ ਚਾਹੁੰਦਾ ਕਿ ਸੁਚੱਜੇ ਢੰਗ ਦੇ ਨਾਲ ਗਵਰਨਮੈਂਟ ਵੀ ਚੱਲੇ ਤੇ ਸੁਚੱਜੇ ਢੰਗ ਦੇ ਨਾਲ ਇਹਦੀ ਆਪੋਜੀਸ਼ਨ ਵੀ, ਜਿੱਥੇ ਕਿਤੇ ਲੋੜ ਹੈ ਲੋਕਾਂ ਦੇ ਮੁੱਦਿਆਂ ਤੇ ਉੱਥੇ ਹੋਣੀ। ਆਪਣੇ ਛੋਟੇ ਵੀਰ ਨੂੰ, ਭਗਵੰਤ ਸਿੰਘ ਮਾਨ ਜੀ ਨੂੰ, ਸਾਰੀ ਉਹਨਾਂ ਦੀ ਨਵੀਂ ਕੈਬਨਿਟ ਨੂੰ, ਉਹਨਾਂ ਦੇ ਸਾਰੇ ਹੀ ਇਲੈਕਟਿਡ ਸਾਡੇ ਸਾਰੇ ਹਾਊਸ ਦੇ ਐਮਐਲਏਜ਼ ਨੂੰ ਮੇਰੀ ਦਿਲੀ ਮੁਬਾਰਕਬਾਦ ਹੈ। ਬਹੁਤ ਲੰਬਾ ਅਰਸਾ ਮਾਨ ਸਾਹਿਬ ਨੇ ਤੇ ਮੈਂ ਦੋਨਾਂ ਨੇ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਕੰਮ ਕਰਨ ਦਾ ਸਾਨੂੰ ਮੌਕਾ ਮਿਲਿਆ। ਜ਼ਿਕਰ ਵੀ ਕੀਤਾ ਮਾਨ ਸਾਹਿਬ ਨੇ, ਕਈ ਵਾਰ ਲਾਈਵ ਵੀਡੀਓ ਵੀ ਬਣਾਉਣੇ ਪਏ ਆਪਣੀ ਗੱਲ ਰੱਖਣ ਵਾਸਤੇ, ਪ੍ਰਚਲਿਤ ਵੀ ਹੋਏ, ਦੋਨੋਂ ਪਾਸੇ ਰਗੜਾ ਵੀ ਮਿਲਿਆ, ਮਸਾਂ ਹੀ ਕਿਤੇ ਬਚਾਅ ਹੋਇਆ। तो मैं जरूर ये बहुत एक पॉजिटिव गल है कि लाइव जिस तरह राज्य सभा से लोक सभा के टैलीविजन चलता है, पंजाब विधानसभा लाइव होना चाहिए, सो दैट मिनिस्टर्स की परफॉर्मेंस, चीफ मिनिस्टर की परफॉर्मेंस, ओपोजिशन की परफॉर्मेंस लोगों को सामने नजर आ सके। मेरी गुजारिश मान साहब तुहाडे तो है, बाकियां तो आस उम्मीद घट सी, रवायती पार्टियां को तुसीं नवे हैं। केजरीवाल साहब ने भी ये प्रॉमिस किया, तुसीं भी किया, तो मैं तुहानूं सुझाव देवांगा, हाउस घट तो घट ਸਾਡੇ ਜਿਹੜੇ ਕਨਸਟੀਟਿਊਸ਼ਨ ਜਿਨ੍ਹਾਂ ਨੇ ਲਿਖੀ ਸੀ ਉਹ ਫੋਰਫਾਦਰਸ ਨੇ ਐਨਵਿਸਿਸ ਕੀਤਾ ਸੀ ਕਿ ਘੱਟ ਤੋਂ ਘੱਟ ਹਾਊਸ 100 ਤੋਂ 125 ਦਿਨ ਚੱਲਣਾ ਚਾਹੀਦਾ, ਜਿਸ ਤਰ੍ਹਾਂ ਹਿੰਦੁਸਤਾਨ ਦੀ ਪਾਰਲੀਮੈਂਟ ਚੱਲਦੀ। ਪਹਿਲੇ ਇਨੀਸ਼ੀਅਲ ਹਾਊਸਿਸ ਸਾਡੇ 3-4 ਇਸ ਤਰ੍ਹਾਂ ਹੀ ਚੱਲਦੇ ਆ, ਫਿਰ ਜਿਸ ਤਰ੍ਹਾਂ ਤੁਹਾਨੂੰ ਪਤਾ ਰਵਾਇਤੀ ਪਾਰਟੀਆਂ ਆਪੋਜੀਸ਼ਨ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀਆਂ, ਬਹੁਤ ਕੁਝ ਉਹਨਾਂ ਕੋਲ ਲੁਕਾਉਣ ਨੂੰ ਹੁੰਦਾ, ਤੋਂ ਤੁਹਾਡੇ ਕੋਲ ਲੁਕਾਉਣ ਨੂੰ ਘੱਟ ਹੈ, ਤੋਂ ਕਿਰਪਾ ਕਰਕੇ ਪੂਰਾ ਚਲਾਓ ਸੋ ਦੈਟ ਤੁਹਾਡੇ ਜਿੰਨੇ ਹੁਣ ਕੈਬਨਿਟ ਵੀ ਬਣੀ ਹੈ ਵੀ ਕਿਸੇ ਨੂੰ ਅਜੇ ਤੱਕ ਤਜਰਬਾ ਨਹੀਂ, ਇਹਨੂੰ ਤਜਰਬਾ ਤਾਂ ਹੋਏਗਾ ਜੇ ਪੜ੍ਹਨ ਦਾ ਮੌਕਾ ਮਿਲੇਗਾ, ਇਹ ਰਿਸਰਚ ਕਰ ਸਕਣਗੇ। ਅਸੀਂ ਵੀ ਇੱਥੇ ਰਹੇ 4 ਵਾਰ, ਮੈਂ ਪਹਿਲੇ ਰਿਹਾ, ਮਿਨਿਸਟਰ ਵੀ ਰਹੇ ਆ, 4 ਮੁੱਖ ਮੰਤਰੀਆਂ ਨਾਲ, ਅਸੀਂ ਵੀ ਕਦੀ ਕੋਈ ਪੜ੍ਹ ਕੇ ਨਹੀਂ ਸੀ ਆਏ, ਕਿਉਂਕਿ ਸਾਹਮਣੇ ਕਿਸੇ ਦਾ ਜਵਾਬ ਵੀ ਕਦੀ ਨਹੀਂ ਸੀ ਦਿੱਤਾ ਮਖੌਲ ਕੀਤਾ ਨਾ, ਕਦੀ ਇੱਕ ਦਿਨ ਔਪਚਾਰਿਕ ਚ ਗੁਜ਼ਰ ਜਾਣਾ, ਇੱਕ ਦਿਨ ਚੀਫ ਮਿਨਿਸਟਰ ਨੇ ਆਪਣਾ ਜਵਾਬ ਦੇ ਦੇਣਾ, ਇੱਕ ਦਿਨ ਮਿਨਿਸਟਰਾਂ ਨੂੰ ਕੋਈ ਮੌਕਾ ਮਿਲਣਾ, ਹਾਸੇ ਮਜ਼ਾਕ ਜੀ ਹੋ ਜਾਣਾ। ਸਹੀ ਬਹਿਣੇ ਦੇ ਵਿੱਚ ਜਿਹੜਾ ਰੋਲ ਹੈ ਐਜ਼ ਸਮਝੋ ਕਾਨੂੰਨ ਬਣਾਉਣ ਵਾਲਾ, ਉਹ ਅਸੀਂ ਤਾਂ ਬਸ ਜਿੰਨੇ ਐਮਐਲਏ ਤੇ ਸਾਡਾ ਤਾਂ ਕੰਮ ਬਸ ਭੋਗ ਤੇ ਵਿਆਹ ਤੇ ਸ਼ਾਦੀਆਂ ਤੇ ਜਿਹੜਾ ਅਸਲ ਕੰਮ ਸਾਡਾ ਉਹ ਦੈਟ ਇਜ਼ ਦ ਹੋਲ ਪਰਪਸ ਇਜ਼ ਡਿਫੀਟਡ। ਮੈਂ ਬੇਨਤੀ ਕਰਾਂਗਾ 125 ਦਿਨ ਇੱਥੇ ਕੰਮ ਚੱਲੇ ਹੈ, ਹਰ ਐਮਐਲਏ ਨੂੰ ਆਪਣੀ ਗੱਲ ਕਰਨ ਦਾ ਮੌਕਾ ਮਿਲੇ, ਹਰ ਏਰੀਆ ਨੂੰ ਰਿਪਰੈਜ਼ੈਂਟੇਸ਼ਨ ਕਰਨ ਦਾ ਮੌਕਾ ਮਿਲੇ, ਤੁਸੀਂ ਖੁੱਲ੍ਹ ਕੇ ਆਪਣੀ ਗੱਲ ਰੱਖੋ। ਸੋ ਅਸੀਂ ਬਕਾਇਦਾ ਤੁਹਾਡੀ ਜਿੱਥੇ ਮਦਦ ਦੀ ਲੋੜ ਹੈ ਉੱਥੇ ਮਦਦ ਵੀ ਕਰਾਂਗੇ। ਬਹੁਤ ਸਾਰੇ ਮੁੱਦੇ ਹੁਣ ਆਣੇ ਨੇ ਆਪਣੇ ਸਾਹਮਣੇ, ਪੰਜਾਬ ਦੇ ਪਾਣੀਆਂ ਦਾ ਮੁੱਦਾ, ਕਈ ਮੁੱਦੇ ਨੇ ਜਿਹੜੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ, ਬਿਜਲੀ ਦੇ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਣੀਆਂ। ਸੋ ਇਹਦੇ ਵਿੱਚ ਜਿੱਥੇ ਮੈਂ ਸੰਧਵਾ ਸਾਹਿਬ ਬਿਲਕੁਲ ਠੀਕ ਹੈ ਕਿ ਸਪੀਕਰ ਜਿਹੜਾ ਆਨਰੇਬਲ ਸਪੀਕਰ ਦੀ ਪੋਸਟ ਹੁੰਦੀ ਉਹਦਾ ਜ਼ਿਆਦਾ ਧਿਆਨ ਐਸਾ ਹੋਣਾ ਚਾਹੀਦਾ।
क्योंकि ਤੁਹਾਨੂੰ तो मौका दे दिता जी। तो कृपा करके मेरे वालों ਤੁਹਾਨੂੰ भी बहुत बहुत मुबारक, क्योंकि नामी परिवार, कोई छोटा परिवार नहीं। सब भगवंत सिंह मान जी इन्होंने राष्ट्रपति तक पहुंचे तो इन्हों का परिवार जो नामी परिवार है, साड़ी पार्टी नाल ही लिंक ने पुराने। तो सानू इस गल की आस भी है कि साडे नाल थोड़ा मोटा जिहा जिथे रिश्तेदारी लंबी हो उहदे वल ध्यान विशेष से जरूर करनी। ਤੁਹਾਡਾ ਬਾਕੀਆਂ ਦਾ ਵੀ ਮੈਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ, ਜਿਨ੍ਹਾਂ ਦੀ ਅਸੀਂ ਕਦਰ नहीं पाई ਤੇ ਮੇਰੇ ਸਾਥੀ ਜਿਹੜੇ ਨਿਰਣਾ ਨੇ ਉਹ ਇੱਧਰ ਬੈਠੇ, ਬੜੀ ਖੁਸ਼ੀ ਵਾਲੀ ਗੱਲ ਹੈ ਤੁਸੀਂ ਉਹਨਾਂ ਦੀ ਕਦਰ ਤੇ ਘੱਟ ਤੋਂ ਘੱਟ ਪਾਈ। तो मैं मुबारक देना चाहना सारे कृपा करके इकट्ठे होकर चलिए, पंजाब की बेहतरी वास्ते चलिए। इन्ना ही कहता हुआ स्पीकर साहब तुहानू बहुत बहुत मुबारक। साडे छोटे वीर साहब भगवंत सिंह मान नवी कैबिनेट के साडे नौजवान वीरां इन्हों भी तो MLA साहबान तो एक परिवार वजों चल सके, इन्ना ही कहता हुआ दादा लोग बहुत बहुत शुक्रिया, बहुत बहुत मेहरबानी। श्री अमन अरोड़ा जी। स्पीकर साहब बहुत बहुत धन्यवाद जी, और नाल ही दिल ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਨੂੰ बहुत बहुत मुबारकबाद कि ਤੁਸੀਂ ਸਰਬਸੰਮਤੀ ਦੇ ਨਾਲ ਇਸ ਪਾਵਨ ਪਵਿੱਤਰ ਹਾਊਸ ਦੇ ਕਸਟੋਡੀਅਨ, ਇਸ ਮੰਦਰ ਦੇ ਡੈਮੋਕ੍ਰੇਸੀ ਦੇ ਮੰਦਰ ਦੇ ਪੁਜਾਰੀ ਵਜੋਂ ਤੁਸੀਂ ਚੁਣੇ ਗਏ ਹੋ। ਔਰ ਨਾਲ ਹੀ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਪੰਜਾਬ ਦੀ ਆਨ ਬਾਨ ਸ਼ਾਨ ਭਗਵੰਤ ਸਿੰਘ ਮਾਨ, ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦੇ ਕੇ ਅੱਜ ਇੱਥੇ ਬਹੁਤ ਜ਼ਿੰਮੇਵਾਰੀ ਦੇ ਨਾਲ ਭੇਜੇ ਮੁੱਖ ਮੰਤਰੀ ਵਜੋਂ। ਔਰ ਨਾਲ ਹੀ ਸਾਰੇ ਨਵੇਂ ਚੁਣੇ ਔਰ ਦੁਬਾਰਾ ਚੁਣੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ। स्पीकर साहब बहुत ही भागा वाला दिन है कि नवी शुरुआत है जी अज पंजाब की होने जा रही है, और बड़े पॉजिटिव कंस्ट्रक्टिव नोट के उपर होने जा रही है। और जिवें कहा गया कि विरोध बिना विकास नहीं, मैं समझदा कि विरोध जो कंस्ट्रक्टिव होंदा ना जी, वो बहुत विकास है जिहड़ा वो कर जाता है। और ये एक किवें बदलाव आ रहा है, ये अज ही जिहड़े सिम्पटम्स ने वो दिखने शुरू हो गए हैं ज़्यादा बिना डिमांड के, जिहड़ी कि असी लोग डिमांड करते रहे। मैं तो इनफैक्ट हाईकोर्ट के PIL भी पाई सी कि लाइव टैलीकास्ट होना चाहिए, ताकि उहदे नाल साडा लोकां दा, सरकार का भी, ओपोजिशन के इंडिविजुअल MLAs भी परफॉर्मेंस है जिहड़ी बहुत इंप्रूव हो सकती है। मान साहब ने ये अज तुहानूं रिक्वेस्ट की और फैसला किया, सो मैं जिथे दा वेलकम करदा और धन्यवाद भी करदा, उत्थे ही मैं नाल ये भी कहना चाहूँगा ओपोजिशन के भी सारे साथियों के एक निमाणा जा आम आदमी पार्टी का और सत्ताधारी धिर का निमाणा जा वर्कर नुमाइंदा होने के नाते कि भगवंत सिंह मान पहले दिनों जिस दिन सौं चक्की इन्होंने उस दिन ही कह दिता सीगा कि कल्ले ये सौं नहीं चक रहे है, पंजाब के 3 करोड़ जनता सौं चक रही है। सो जिथे 3 करोड़ जनता सौं चक रही है, आप जिन्हें इतने बैठे हाँ, आप तो फिर 2-2, 2.5, 3 लाख लोगों की नुमाइंदगी करके इतने पहुंचे, उन्होंने नुमाइंदगी करते हैं। सो मैनू पूर्ण तौर के उपर 100% विश्वास भी है कि तुसीं सारिਆਂ ਨੂੰ बराबर का मौका दोगे, क्योंकि ओपोजिशन के सुझावों के कंस्ट्रक्टिव सुझाव जो निकल के आने होंगे ने। और मेरे बहुत ही सत्कारयोग मेरे पिता समान ने बाजवा साहब प्रजिंदर बाजवा जी, इन्होंने कहा कि जो असी उधर होंगे सीगे नारे लाते होंगे सीगे, मैं मन के चलता कि नारे भी वो लोगों के मुद्दों मसलों के ही लगते सीगे जी। असी लाए, सानू लोगों ने इधर पहुँचाता, तुसी नहीं सुनी हैगी, लोगों ने उधर पहुँचाया। तो मेरे कहने का मतलब इन्ना है कि यही खूबसूरती है, यही खूबसूरती है। इधर ਜਿਹੜੇ टर्न अराउंड टेबल्स होंगे रहते हैं, विश्वास दिवाने कि जो असी ये नहीं सोचना कभी कि असी इधर आ गए, ये कोई पक्का नहीं है जी, ये कोई किहड़ा 100 साल 99 साल पटा लिखा के आया। जे सही काम करांगे तो लोग इधर रख लैणगे, जे नहीं तो उधर भी जा सकते तो बाहर भी जा सकते। मैनू विश्वास है, मैनू विश्वास है मेरी पार्टी के उपर, मेरे लीडर मेरे बॉस और पंजाब के मुख्यमंत्री भगवंत मान जी के उपर और साडे नैशनल कन्वीनर के उपर कि तुहाडे जरिए की पंजाब के एक निमाणे तो निमाणे छोटे तो छोटे बंदे की भी गल जो सरकार के कन्ना तक, मान साहब के कन्ना तक पहुँचूगी तो वह काम है जो पैसे के आधार के उपर हल होगा। सो एक बार फिर तुहाडा सारिਆਂ ਦਾ बहुत बहुत धन्यवाद। स्पीकर साहब तुहानूं लख लख मुबारक, बहुत बहुत धन्यवाद जी। जय हिंद। कोई होर मानयोग मैंबर
ਡਾਕਟਰ ਸੁਖਵਿੰਦਰ ਸੁਖੀ ਜੀ। ਸਤਿਕਾਰਯੋਗ ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ। ਮੈਂ ਸਮਝਦਾ ਕਿ ਜਿਹਦੇ ਆਮ ਪਰਿਵਾਰਾਂ ਵਿੱਚੋਂ ਅਸੀਂ ਆਏ ਹਾਂ, ਤੁਸੀਂ ਮੈਂ ਬਹੁਤ ਮੈਂਬਰ ਨੇ ਜਿਹੜੇ ਆਮ ਪਰਿਵਾਰਾਂ 'ਚੋਂ ਆਏ ਆ। ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਹੈ ਕਿ ਅੱਜ ਤੁਸੀਂ ਇਸ ਅਹੁਦੇ 'ਤੇ ਪਹੁੰਚੇ ਹੋ। ਤੁਹਾਨੂੰ ਬਹੁਤ ਬਹੁਤ ਵਧਾਈ। ਔਰ ਵਧਾਈ ਦਿੰਦਾ ਮੈਂ ਸਾਡੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ, ਉਹਨਾਂ ਦੀ ਸਮੁੱਚੀ ਟੀਮ ਔਰ ਸਾਰੇ ਹੀ ਮੈਂਬਰ ਸਾਹਿਬਾਨ ਜਿਹੜੇ ਇੱਥੇ 16ਵੀਂ ਵਿਧਾਨ ਸਭਾ ਦੇ ਵਿੱਚ ਜੁੜ ਕੇ ਆਏ ਆ। ਸਰ, ਮੈਂ ਤੁਹਾਡੇ ਤੋਂ ਕੋਈ ਇਹੀ ਆਸ ਰੱਖਦਾ ਕਿ ਜਿਸ ਤਰ੍ਹਾਂ ਪਿਛਲੀ ਵਾਰੀ ਤੁਸੀਂ ਵੀ ਮੈਂ ਵੀ ਅਸੀਂ ਸਾਰੇ ਆਪੋਜੀਸ਼ਨ ਸੀ, ਜਿਸ ਤਰ੍ਹਾਂ ਤੁਸੀਂ ਉਸ ਵੇਲੇ ਮੁੱਦੇ ਉਠਾਉਂਦੇ ਸੀ, ਤੁਹਾਨੂੰ ਬੜੀ ਜਦੋਜਹਿਦ ਕਰਨੀ ਪੈਂਦੀ ਸੀ। ਸਪੀਕਰ ਸਾਹਿਬ ਕਦੀ ਮਨ ਬਣਾ ਲੈਂਦੇ ਟਾਈਮ ਦੇ ਅੰਦਰ, ਕਦੀ ਨਹੀਂ ਬਣਾਉਂਦੇ ਸੀ। ਮੈਂ ਤੁਹਾਡੇ ਤੋਂ ਆਸ ਕਰਦਾ ਕਿ ਤੁਸੀਂ ਉਹ ਪੀੜਾ ਜਿਹੜੀ ਝੱਲੀ ਹੈ ਉਹ ਤੁਸੀਂ ਇਸ ਵਾਰੀ ਇਸ ਆਪੋਜੀਸ਼ਨ ਨਹੀਂ ਚੱਲਣ ਦਿਓਗੇ, ਤੁਸੀਂ ਸਾਨੂੰ ਪੂਰਾ ਸਮਾਂ ਦਿਓਗੇ। ਔਰ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਇੱਕ ਵਧਾਈ ਦੇਣੀ ਚਾਹੁੰਦਾ ਕਿ 15 ਤੇ 16 ਤਰੀਕ ਨੂੰ ਅਖਬਾਰਾਂ ਦੇ ਵਿੱਚ ਪਹਿਲੇ ਪੇਜ ਤੇ ਇਹਨਾਂ ਦੀ ਇਕੱਲਿਆਂ ਦੀ ਫੋਟੋ ਸੀ। ਮੈਨੂੰ ਉਸ ਦਿਨ ਲੱਗਿਆ, ਮੈਨੂੰ ਆਸ ਵੀ ਹੈ, ਉਮੀਦ ਵੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ, ਉਹਨਾਂ ਦੀ ਸਮੁੱਚੀ ਟੀਮ, ਮੈਨੂੰ ਲੱਗਦਾ ਕਿ ਕਿਸੇ ਬਾਹਰੀ ਦਬਾਅ ਤੋਂ, ਕਿਉਂਕਿ ਮੈਂ ਨਾਂ ਨਹੀਂ ਲੈਣਾ ਚਾਹੂੰਗਾ ਕਿਸੇ ਦਾ, ਕਿਸੇ ਬਾਹਰੀ ਦਬਾਅ ਤੋਂ ਉੱਪਰ ਉੱਠ ਕੇ ਪੰਜਾਬ ਦੇ ਮਸਲੇ ਹੱਲ ਕਰਨਗੇ। ਜਿਸ ਆਸ ਨਾਲ ਲੋਕਾਂ ਨੇ ਇਹਨਾਂ ਨੂੰ ਇੱਕ ਵੱਡਾ ਫਤਵਾ ਦਿੱਤਾ, ਉੱਤੇ ਖਰੇ ਉਤਰਨਗੇ। ਔਰ ਮੈਂ ਆਪੋਜੀਸ਼ਨ ਦੇ ਤੌਰ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਦੋਂ ਵੀ ਪੰਜਾਬ ਦੀ ਜਾਂ ਪੰਜਾਬ ਦੇ ਲੋਕਾਂ ਦੀ ਇਹ ਗੱਲ ਕਰਨਗੇ, ਅਸੀਂ 24 ਘੰਟੇ ਜਦੋਂ ਮਰਜ਼ੀ ਸਾਨੂੰ ਚਾਹਣ ਅਸੀਂ ਇਹਨਾਂ ਦੇ ਨਾਲ ਖੜੇ ਰਹਾਂਗੇ। ਬਾਕੀ ਆਪੋਜੀਸ਼ਨ ਦਾ ਰੋਲ ਸਾਡਾ ਜਿਹੜਾ, ਜੇਕਰ ਇਹ ਆਪਣੇ ਰਸਤੇ ਤੋਂ ਭਟਕਣਗੇ ਤਾਂ ਅਸੀਂ ਫਿਰ ਇਹਨਾਂ ਦਾ ਵਿਰੋਧ ਵੀ ਕਰਾਂਗੇ। ਸੋ ਮੈਂ ਤੁਹਾਨੂੰ ਜਿੱਥੇ ਵਧਾਈ ਦਿੰਦਾ, ਉੱਥੇ ਹੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਉਹਨਾਂ ਦੀ ਸਮੁੱਚੀ ਟੀਮ ਨੂੰ ਲੱਖ ਲੱਖ ਵਧਾਈ। ਧੰਨਵਾਦ। ਪ੍ਰਿੰਸੀਪਲ ਬੁੱਧਰਾਮ ਜੀ। ਮਾਨਯੋਗ ਸਪੀਕਰ ਸਾਹਿਬ, ਤੁਹਾਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਵਧਾਈਆਂ ਕਿ ਤੁਹਾਡੀ ਜਿਹੜੀ ਚੋਣ ਹੈ ਐਜ਼ ਸਪੀਕਰ ਉਹ ਸਰਬਸੰਮਤੀ ਨਾਲ ਹੋਈ ਹੈ। ਦੂਸਰੀ ਗੱਲ ਇਹ ਹੈ ਕਿ ਸਾਡੇ ਲੀਡਰ ਆਫ ਦੀ ਹਾਊਸ ਸ਼੍ਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਤੁਹਾਡੇ ਨਾਲ ਤੈਅ ਕੀਤਾ ਤੇ ਸਾਡੇ ਪਾਲਿਸੀ ਚੀਮਾ ਜੀ ਨੇ ਤੈਅ ਕਰਨ ਤੋਂ ਬਾਅਦ ਸੈਕੰਡ ਕੀਤਾ, ਸਾਰਿਆਂ ਦੇ ਨੂੰ ਰਿਪਰੈਜ਼ੈਂਟ ਕਰਦੇ ਸੀ। ਸੋ ਬਹੁਤ ਵਧੀਆ ਰਵਾਇਤ ਹੈ ਪਾਰਲੀਮੈਂਟ ਦੀ, ਇਹ ਲੋਕਤੰਤਰ ਦੀ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਦੇਣ ਹੈ ਕਿ ਅਸੀਂ ਕਿਤੇ ਸੋਚਦੇ ਸੀ ਕਿ ਕੱਲ੍ਹ ਅਸੀਂ ਇੱਧਰ ਬੈਠੇ ਸੀ, ਅੱਜ ਇੱਧਰ ਬੈਠੇ ਹਾਂ, ਤੇ ਤੁਹਾਡੇ ਜੇ ਅਸੀਂ ਇੱਧਰ ਬੈਠੇ, ਤੁਸੀਂ ਅੱਜ ਉੱਪਰ ਬੈਠੇ ਹਾਂ। ਸੋ ਬਹੁਤ ਬਹੁਤ ਪਰਮਾਤਮਾ ਦਾ ਸ਼ੁਕਰ ਹੈ ਕਿ ਤੁਸੀਂ ਅੱਜ ਸਪੀਕਰ ਸਾਹਿਬ ਇਹ ਸਪੀਕਰ ਬਣ ਕੇ ਸਾਡੇ ਟੋਟਲ ਹਾਊਸ ਨੂੰ ਇੱਕ ਸਰਪ੍ਰਸਤ ਹੋ ਕੇ, ਕਸਟੋਡੀਅਨ ਤੌਰ 'ਤੇ ਹੋ ਕੇ ਚਲਾਓਗੇ। ਪਿਛਲੇ ਵਾਰੀ ਆਪਾਂ ਸਾਰੇ ਇਕੱਠੇ ਹੋ ਕੇ ਜਿਨ੍ਹਾਂ ਇੱਥੇ ਬੈਠੇ ਹੁੰਦੇ, ਔਰ ਮੈਂ ਵਿਧਾਨ ਸਭਾ ਕਮੇਟੀਆਂ ਵਿੱਚ ਤੁਹਾਨੂੰ ਐਜ ਏ ਚੇਅਰਮੈਨ, ਐਜ ਏ ਮੈਂਬਰ ਤੁਹਾਨੂੰ ਬੋਲਦੇ ਦੇਖਿਆ। ਬੜੀ ਬੇਕਾਕੀ ਦੇ ਨਾਲ ਤੁਸੀਂ ਹਰੇਕ ਗੱਲ ਬੜੇ ਡਿਸਿਪਲ ਦੇ ਨਾਲ ਢੰਗ ਨਾਲ ਬੋਲਦੇ ਰਹੇ ਹੋ। ਮੇਰਾ ਖਿਆਲ ਕਿ ਜ਼ਰੂਰਤ ਨਹੀਂ ਸੀ ਕਿਸੇ ਅਫਸਰ ਦੀ ਜਾਂ ਕਿਸੇ ਹੋਰ ਦੀ ਕਿ ਤੁਹਾਨੂੰ ਉਹ ਚਾਹ ਸਕਣ। ਸੋ ਅਸੀਂ ਕਿ ਤੁਹਾਡੀ ਚੋਣ ਹੈ ਬੜੀ ਸੰਜੀਦਗੀ ਢੰਗ ਦੇ ਨਾਲ ਮਾਨ ਸਾਹਿਬ ਨੇ ਕੀਤੀ ਹੈ। ਆਪਾਂ ਸਾਰੇ ਅਸੀਂ ਬੜੀ ਖੁਸ਼ਕਿਸਮਤ ਹਾਂ ਕਿ ਸਾਡੇ ਨੈਸ਼ਨਲ ਲੀਡਰ ਅਰਵਿੰਦ ਕੇਜਰੀਵਾਲ ਜੀ, ਸਾਡੇ ਲੀਡਰ ਆਫ ਦੀ ਹਾਊਸ ਭਗਵੰਤ ਮਾਨ ਜੀ, ਬਿਲਕੁਲ ਉਹਨਾਂ ਦੀ ਜੋ ਇੱਕ ਇਮਾਨਦਾਰ ਰਾਜਨੀਤੀ ਹੈ ਸਾਡੇ ਪੰਜਾਬ ਦੇ ਵਿੱਚ ਨਵੀਂ ਕਿਸਮ ਦੀ ਆ ਰਹੀ ਹੈ ਕਿ ਅਸੀਂ ਇਹ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਇਮਾਨਦਾਰ ਰਹਾਂਗੇ। ਸਾਡੀ ਪਾਰਟੀ ਇਮਾਨਦਾਰ ਹੈ। ਸਾਰੇ ਲੋਕਾਂ ਨੂੰ ਜੋ ਤੁਸੀਂ ਸੰਦੇਸ਼ ਦਿੱਤਾ ਹੈ ਲੀਡਰ ਆਫ ਦੀ ਹਾਊਸ ਨੇ ਪੰਜਾਬ ਦੇ ਲੋਕਾਂ ਨੂੰ ਪਹਿਲੇ ਦਿਨ ਹੀ, ਉਹ ਲੋਕਾਂ ਨੇ ਬੜੀ ਵੱਡੀ ਪੱਧਰ 'ਤੇ ਸਰਾਹਿਆ ਹੈ। ਨੈਕਸਟ ਜੋ ਸੰਦੇਸ਼ ਦਿੱਤਾ 25,000 ਨੌਕਰੀਆਂ ਦਾ, ਜਦ ਤੁਸੀਂ ਹੋਰ ਜੋ ਦੇ ਰਹੇ ਹੋ, ਬਹੁਤ ਵੱਡਾ ਉਹਦਾ ਥਰੂ ਆਊਟ ਦੀ ਵਰਲਡ ਅੱਛਾ ਸੰਦੇਸ਼ ਗਿਆ ਹੈ। ਸੋ ਮੈਂ ਆਸ ਕਰਦਾ ਕਿ ਪੰਜਾਬ ਦੇ ਜਜ਼ਬਾਤ, ਪੰਜਾਬ ਦੇ ਨੌਜਵਾਨਾਂ ਦੇ ਜਜ਼ਬਾਤ, ਪੰਜਾਬ ਦੇ ਆਵਾਮ ਦੇ ਜਜ਼ਬਾਤ ਨੂੰ ਅਸੀਂ ਤਰਜਮਾਨੀ ਕਰਦੇ ਹੋਏ ਅੱਜ ਅਸੀਂ ਜਿਹੜਾ ਹਾਊਸ ਹੈ ਇਹ ਇਸ ਤਰੀਕੇ ਚਲਾਈਏ, ਜਿਵੇਂ ਦੱਸਿਆ ਮਾਨ ਸਾਹਿਬ ਨੇ ਪਹਿਲਾਂ ਕਿ ਲੋਕਾਂ ਦੇ ਵਿੱਚ ਇੱਕ ਰੰਗਲਾ ਪੰਜਾਬ ਆਉਣ ਵਾਸਤੇ ਜੋ ਅਸੀਂ ਖੁਆਬ ਚ ਲਿਆ ਸੀ, ਉਹ ਖੁਆਬ ਨੂੰ ਅਸੀਂ ਇਸ ਹਾਊਸ ਦੇ ਜ਼ਰੀਏ ਪੂਰਾ ਕਰਨਾ। ਮੈਂ ਕੋਈ ਸਾਰੇ ਆਪੋਜੀਸ਼ਨ, ਸਾਰੇ ਬੜੇ ਸਤਿਕਾਰਯੋਗ ਨੇ, ਬਾਜਵਾ ਸਾਹਿਬ ਬੈਠੇ ਨੇ, ਦੂਜੇ ਬੈਠੇ ਨੇ ਸਰਕਾਰੀਆ ਸਾਹਿਬ ਜੀ, ਜਦੋਂ ਕਿਤੇ ਜਾਂਦੇ ਨਾ ਕੋਈ ਕੰਮ ਕਰਨ ਜਾਂਦੇ ਸੀ ਤਾਂ ਬੜੇ ਸਤਿਕਾਰ ਦੇ ਨਾਲ ਸਾਨੂੰ ਬੁਲਾ ਬਿਠਾਏ ਜਾਂਦੇ ਕਰਦੇ।
ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਆਪਾਂ ਸਾਰੇ ਜਿਹੜੇ ਤੁਰ ਕੇ ਆਏ ਲੋਕਾਂ ਦੇ ਨਾਲ ਉਹਨਾਂ ਨੂੰ ਸਭ ਤੋਂ ਆਸਾਨ ਨੇ ਤੇ ਸਾਰੇ ਨਾਲ ਮਿਲ ਕੇ ਅਸੀਂ ਕਿਸੇ ਵੀ ਕਿਸਮ ਦੀ ਕੋਈ ਵੀ ਇਹੋ ਜਿਹੀ ਗੱਲ ਨਾ ਕਰੀਏ ਕਿ ਸਾਨੂੰ ਲੋਕ ਇਹ ਕਹਿਣ ਵੀ ਜ਼ਿਆਦਾ ਵਿਧਾਨ ਸਭਾ 'ਚ ਕਿਉਂ ਭੇਜਿਆ। ਸੋ ਅਸੀਂ ਪਹਿਲਾਂ ਵੀ ਸਟਰਕਚਰ ਰੋਲ ਅਦਾ ਕੀਤਾ ਹੈ, ਆਪਸ 'ਚ ਬਹਿ ਕੇ ਹਰੇਕ ਮੁੱਦਿਆਂ 'ਤੇ ਅਸੀਂ ਹਰੇਕ ਅੰਕੜੇ ਪੇਸ਼ ਕਰਕੇ ਅਸੀਂ ਗੱਲ ਕੀਤੀ ਹੈ। ਅਸੀਂ ਹੁਣ ਵੀ ਆਸ ਕਰਦੇ ਹਾਂ ਕਿ ਸਾਰੇ ਹੀ ਮਿਲ ਕੇ ਆਪੋਜੀਸ਼ਨ ਭਾਵੇਂ ਸੁਤੰਤਰਤਾ ਹੀ ਹੋਵੇ ਕੋਈ ਇਸ ਹਾਊਸ ਨੂੰ ਇੱਕ ਵਧੀਆ ਹਾਊਸ ਬਣਾ ਕੇ ਜੋ ਮਾਨ ਸਾਹਿਬ ਦਾ ਸੁਪਨਾ ਹੈ ਉਹ ਪੂਰਾ ਕਰਾਂਗੇ। ਉਹਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਔਰ ਧੰਨਵਾਦ ਸਾਡੀ ਲੀਡਰ ਆਫ ਦੀ ਹਾਊਸ ਭਗਵੰਤ ਜੀ। ਥੈਂਕ ਯੂ। ਡਾਕਟਰ ਇੰਦਰਬੀਰ ਸਿੰਘ ਜੀ ਨਿੱਜਰ ਸਾਹਿਬ। स्पीकर साहब, आपको बहुत बहुत बधाई होवे, आप अनअपोज चुने गए हो। मैं पहली टाइम मैंबर बनया हाँ इस ऑगस्ट हाउस का, कदे पहला इतने मौका नहीं मिले, उत्ते गैलरी से बैठने का कदे मौका नहीं मिले। वीडियो वीडियो देख लीदियाँ सीगियां, बाकी जो वीर दसदे सी गल्लां मैंबर दसदे सी वो सुन लीदियां सीगियां। बड़ा चंगा लगा इतने बह के तुहाडे सारे बड़े बड़े पुराने पार्लीमेंटेरियन बैठे ने, इतने इस हाउस के पुराने मैंबर बैठे ने, थोड़े बह के बड़ा मान महसूस करता मैं फर्स्ट टाइमर। और शायद मैं सारे फर्स्ट टाइमर वास्ते बोल रहा जो पहली बार इलैक्ट हुए हैं। सो साढ़े मिनिस्टर भी कई है मेरे वीर ने जोड़े पहली बारी आए ने थे। सो मैं तुहानूं भी बेनती करांगा कि जोड़े मेरे अगे पहली बार इलैक्ट हुए हैं उन्होंने मौका जरूर दिता जाए कि असीं अपनी गल कह सकीए। तो बाकी साढ़े विच ये गल्लां हैगियां ने कि हाउस जड़ा बहुत थोड़े टाइम में चलता है। सो ये डेफिनेटली लंबे टाइम में चलना चाहिए, हर एक इशू थ्रेड पे डिस्कस होना चाहिए। दूजी गल है जरा फतवा दिता है पंजाब के लोगों ने, ये सिर्फ आम आदमी पार्टी वास्ते नहीं है, सारे वास्ते है, कांग्रेस वास्ते भी, अकालियां वास्ते, सारे वास्ते है। सारे मंथन करना, असीं ये मंथन करना कि सानू इन्हां लोगों ने क्यों दिता है कि असीं इस गल खड़े उतरना है जिहड़ा सानू उन्हां फतवा दिता है। तो ऑपोजिशन ने मंथन करना है कि इन्हों के अगेंस्ट हो के इस तरह क्यों हो गए इन्हें थोड़े टाइम के। मैनू पूरा यकीन है कि ये पंजाबीयत बढ़ेगी फुलेगी, ये सारे सिलसिले के पंजाब बढ़ेगा फुलेगा, तो ये सब नूं खुशी होएगी। ये अपना निके निके आप सैल्फिश इंटरस्ट लैके ना काम करिए, पंजाब वास्ते करिए। पंजाब बड़ा पछड़ गया, नंबर 1 तो आप 16 सारे नंबर पर पहुँच गए हैं। सो ये मेरी बेनती सारे मैंबर साहबान अगे ने। मैं भगवंत सिंह मान जी भी बहुत बधाई देना हाँ कि उन्होंने सानू बहुत सोहना लीड किया, पंजाब में बहुत सोहना लीड किया और बड़ी बहुमत में सारी सरकार बनी है। सो तुहाडी बहुत मेहरबानी, तुसीं मैनूं मौका दिता बोलण दा। वाहिगुरू जी का खालसा, वाहिगुरू जी की फतेह। थैंक यू डॉक्टर। डॉक्टर राजकुमार चब्बेवाल। मानयोग स्पीकर साहब, सब तो पहले तो मैं तुहानूं बहुत बहुत मुबारकबाद दिंदा। जदों तुसीं विरोधी धिर के बेंचस से बैठते सी उदों भी असीं तुहानूं साहब ही कहते सी, संधवा साहब, ते अज तुसीं साडे स्पीकर साहब हो गए हो, तो बहुत खुशी की गल है। वाहिगुरू का शुकराना करना चाहता। और स्पीकर साहब मैं तुहाडे राही सब तो पहला मुबारकबाद देना चाहना जिहड़े साडे विरोधी धिर के बेंच से बैठ के तुहाडे योधियां ने लड़ाई लड़ी। खास तौर पर प्रोफैसर साहब बैठे ने, गुरिंदर कौर जी, मेरे छोटे वीर अमन जी बैठे ने, भैन मानू के बैठे ने, होर साडे साथी बैठे ने, जिन्होंने 5 साल लगातार लड़ाई लड़के यह साबित कर दिता कि उन्होंने जो लोकपक्षी मुद्दे चके ने वो वाकई ही अज वो लोकपक्षी मुद्दों से चढ़ के अज जो बहुत बहुमत के नाल रिकॉर्ड तोड़ इतिहासक जित जो आम आदमी पार्टी नूं जो अज मिली है, वो मैं इन्हां योद्धियां नूं भी बहुत बहुत मुबारकबाद देना चाहना। क्योंकि उदों किसी ने सोचा नहीं सी कि 20 तो 92 कदों हो जाएंगे। असीं उदों उधर बैठे हुंदे सी, साडियां भी रौनकां इसे तरह बरकरार होंदियां सी, पर कुछ गलतियां सातों भी होईयां होणगीआं, जरूर गलतियां कीतियां होणगीआं, उन्हां गलतियां दा जरूर असीं वो करांगे। और तुहाडे माध्यम राਹੀਂ स्पीकर साहब मैं मुबारकबाद देना चाहना, तुहाडे द्वारा मुबारकबाद देना चाहना सरदार भगवंत सिंह मान जी नूं, जिन्हां ने बड़ी खूबसूरती के नाल लड़ाई लड़ी। जदों तुहाडे 4 MP जिते उदों भी मान साहब एक सी,
ਔਰ ਜਦੋਂ ਇੱਕ ਜਿੱਤੇ ਤਾਂ ਉਹਨਾਂ ਚੋਂ ਇੱਕ ਚੋਂ ਵੀ ਭਗਵੰਤ ਮਾਨ ਸਾਹਿਬ ਪਹਿਲੇ ਸੀ। ਸੋ ਉਹਨਾਂ ਦੀ ਸੋਚ ਨੂੰ ਪੰਜਾਬੀਆਂ ਨੇ ਕਿਤੇ ਨਾ ਕਿਤੇ ਉਸ ਸੋਚ ਤੇ ਮੋਹਰ ਲਾਈ ਹੈ। ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਤੁਹਾਡੀ ਨਵੀਂ ਕੈਬਨਿਟ ਉਸ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ। ਬਹੁਤ ਆਸ਼ਾਵਾਂ ਨੇ ਔਰ ਮੈਂ ਆਪ ਜੀ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਬੈਂਚਸ ਤੇ ਬੈਠ ਕੇ ਜਦੋਂ ਬਹੁਤ ਵੱਡੇ ਵੱਡੇ ਇਸ਼ੂਜ਼ ਰੇਜ਼ ਕੀਤੇ ਗਏ, ਉਹ ਮੁੱਦੇ ਚੁੱਕੇ ਗਏ, ਤੇ ਮੈਨੂੰ ਹੁਣ ਪੂਰੀ ਆਸ ਹੈ ਕਿ ਜਿਸ ਤਰਕੀਬ ਦੇ ਨਾਲ ਉਹ ਮੁੱਦੇ ਚੁੱਕੇ ਗਏ, ਉਸੇ ਤਰਕੀਬ ਦੇ ਨਾਲ ਉਹ ਮੁੱਦਿਆਂ ਦਾ ਹੱਲ ਜਿਹੜਾ, ਉਹ ਤੁਹਾਡੇ ਮੁੱਦਿਆਂ ਦਾ ਹੱਲ ਜਿਹੜਾ, ਤੁਹਾਡੇ ਆਪੋਜੀਸ਼ਨ ਦੀ ਆਵਾਜ਼ ਜਿਹੜੀ ਹੈ, ਜਿਹੜੀ ਤੁਸੀਂ ਚੱਕੀ ਸੀ, ਅੱਜ ਉਹ ਆਵਾਜ਼ ਦਾ ਹੱਲ ਜਿਹੜਾ ਹੈ, ਅੱਜ ਉਹ ਤੁਸੀਂ ਸਰਕਾਰ ਚੋਂ ਮੈਨੂੰ ਪੂਰੀ ਉਮੀਦ ਹੈ ਕਿ ਉਹ ਜਿਹੜਾ ਹੱਲ ਤੁਸੀਂ ਕੱਢੋਗੇ ਤੇ ਪੰਜਾਬ ਨੂੰ ਬਿਹਤਰੀ ਵੱਲ ਲੈ ਕੇ ਜਾਓਗੇ। ਬਾਕੀ ਸਰ ਮੈਂ ਜਾਂ ਅਸੀਂ ਤੁਹਾਨੂੰ ਅਸ਼ੋਰ ਕਰਦੇ ਹਾਂ ਕਿ ਅਸੀਂ ਕੰਸਟਰਕਟਿਵ ਆਪੋਜੀਸ਼ਨ ਦੀ ਭੂਮਿਕਾ ਦੇ ਵਿੱਚ ਹਮੇਸ਼ਾ ਰਵਾਂਗੇ ਔਰ ਪੰਜਾਬ ਦੀ ਲੜਾਈ ਅਸੀਂ ਸਾਰਿਆਂ ਨੇ ਲੜਨੀ ਹੈ ਔਰ ਬਿਹਤਰ ਤਰੀਕੇ ਦੇ ਨਾਲ ਲੜਾਂਗੇ। ਸਰ ਬਹੁਤ ਬਹੁਤ ਧੰਨਵਾਦ। ਜੈ ਹਿੰਦ, ਜੈ ਭੀਮ। ਧੰਨਵਾਦ ਡਾਕਟਰ ਸਾਹਿਬ। ਸਰਦਾਰ ਮਨਜੀਤ ਸਿੰਘ ਜੀ ਬਿਲਾਸਪੁਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਸਪੀਕਰ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਤੁਸੀਂ ਸਰਬਸੰਮਤੀ ਦੇ ਨਾਲ ਚੁਣੇ ਗਏ ਹੋ। ਇਸ ਦੇ ਨਾਲ ਹੀ ਬਹੁਤ ਹੀ ਸਤਿਕਾਰਯੋਗ ਸ਼੍ਰੀ ਭਗਵੰਤ ਮਾਨ ਜੀ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿਹੜੇ ਕਿ ਬਹੁਤ ਵੱਡੀ ਲੀਡ ਨਾਲ ਪੰਜਾਬ ਨੂੰ ਜਿਤਾ ਕੇ ਇੱਥੇ ਸਾਡੇ MLA ਦੇ ਰੂਪ ਵਿੱਚ ਆਏ ਨੇ। ਸਪੀਕਰ ਸਾਹਿਬ, ਪਿਛਲੇ ਸਮੇਂ ਦੇ ਵਿੱਚ ਆਪਾਂ ਆਪੋਜੀਸ਼ਨ ਦੇ ਵਿੱਚ ਬੈਠਦੇ ਸੀ, ਵੇਖਿਆ ਕਿੰਨੀ ਗੜਬੜ ਹੁੰਦੀ ਸੀ। ਮੈਂ ਵੇਖ ਰਿਹਾ ਹੁਣ ਉਹ ਚਿਹਰੇ ਇੱਥੇ ਮੌਜੂਦ ਨਹੀਂ, ਇੱਧਰਲੇ ਪਾਸੇ ਉਹ ਚਿਹਰੇ ਬੈਠੇ ਹੁੰਦੇ ਸੀ, ਉਹ ਵੀ ਮੌਜੂਦ ਨਹੀਂ, ਇੱਧਰ ਵੀ ਬੈਠੇ ਹੁੰਦੇ ਸੀ, ਉਹ ਵੀ ਮੌਜੂਦ ਨਹੀਂ, ਤੇ ਇੱਥੇ ਗਾਲੀ ਗਲੋਚ ਤੱਕ ਦਾ ਮਾਹੌਲ ਬਣ ਜਾਂਦਾ ਸੀ। ਔਰ ਅੱਜ ਵੇਖ ਰਹੇ ਹਾਂ ਕਿੰਨੀਆਂ ਵਧੀਆ ਗੱਲਾਂ ਹੋ ਰਹੀਆਂ ਨੇ, ਤੇ ਉਮੀਦ ਆ ਜਿਸ ਤਰ੍ਹਾਂ ਦਾ ਹੁਣ ਮਾਹੌਲ ਬਣਿਆ ਵਾ ਤੇ ਇਸੇ ਤਰ੍ਹਾਂ ਹੀ ਇਹ ਮਾਹੌਲ 5 ਸਾਲ ਬਣਿਆ ਰਹੂਗਾ। ਸ਼੍ਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ, ਤੁਹਾਡੀ ਅਗਵਾਈ ਦੇ ਵਿੱਚ। ਸੋ ਮੈਂ ਕਾਮਨਾ ਕਰਦਾ ਕਿ ਆਪਾਂ ਦਿਲ ਦੀ ਬੁਰੀ ਰਾਹ ਤੱਕ। ਧੰਨਵਾਦ ਸਰ। ਸਰਦਾਰ ਤਰਨਪ੍ਰੀਤ ਸਿੰਘ ਜੀ ਸੌਂਗ ਸਾਹਿਬ। ਬਹੁਤ ਹੀ ਪਰਮ ਸਤਿਕਾਰਯੋਗ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਪੀਕਰ ਸਾਹਿਬ, ਤੁਹਾਨੂੰ ਬਹੁਤ ਬਹੁਤ ਸਰ ਮੁਬਾਰਕਬਾਦ। ਤੁਸੀਂ ਸਰਬਸੰਮਤੀ ਦੇ ਨਾਲ ਇਸ ਪਾਵਨ ਪਵਿੱਤਰ ਤੇ ਮੁਕੱਦਸ ਵਿਧਾਨ ਸਭਾ ਦੇ ਸਪੀਕਰ ਵਜੋਂ ਅੱਜ ਸੁਸ਼ੋਭਿਤ ਹੋ। ਮੈਂ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਮੁਬਾਰਕਬਾਦ ਦਿੰਦਾ। ਪੰਜਾਬੀਆਂ ਦੀ ਆਨ ਬਾਨ ਸ਼ਾਨ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ, ਮੈਂ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਤੁਹਾਡੀ ਕਾਇੰਡ ਗਾਈਡਨੈਂਸ ਦੇ ਅੰਡਰ ਸਾਨੂੰ ਸਾਰੇ ਨਵੇਂ ਚੁਣੇ ਗਏ MLA ਸਾਹਿਬਾਨ ਨੂੰ ਕੰਮ ਕਰਨ ਦਾ ਮੌਕਾ ਮਿਲੂਗਾ, ਆਪਣੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲੂਗਾ। ਮੈਂ ਇਸ ਗੱਲ ਲਈ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਅੱਜ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਬੋਲ ਰਹੇ ਹਾਂ। ਸਪੀਕਰ ਸਾਹਿਬਾਨ, ਤੁਸੀਂ ਇੱਕ ਮੈਂ ਛੋਟਾ ਜਿਹਾ ਬੜਾ ਇੱਕ ਸਾਰੇ ਪੰਜਾਬ ਦਾ ਇੱਕ ਸਾਂਝਾ ਇੱਕ ਮੁੱਦਾ ਸੀਗਾ ਜੀ। ਤੁਸੀਂ ਵੀ ਉੱਥੇ ਗਏ ਸੀ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬਾਹਰ। ਆਪਾਂ ਸੌਂਸਰ ਮੁੱਦੇ ਬਾਅਦ ਦੇ ਵਿੱਚ ਅੱਛਾ ਜੀ ਜ਼ਰੂਰ ਕਰਨੇ ਕਿ ਹਾਊਸ ਮੁੱਦੇ। ਚਲੋ, ਮੈਂ ਇੱਕ ਵਾਰ ਤੋਂ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਪਰ ਉਹਦਾ ਦਾ ਜੋ ਇੱਕ ਮੈਮੋਰੈਂਡਮ ਹੈ ਮੈਂ ਤੁਹਾਡੇ ਤੱਕ ਪਹੁੰਚਦਾ ਕਰ ਰਿਹਾ ਸਰ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ। ਮਾਨਯੋਗ ਮੰਤਰੀ ਜੀ ਸਰਦਾਰ ਗੁਰਮੀਤ ਸਿੰਘ ਜੀ ਜੀ। ਧੰਨਵਾਦ ਸਪੀਕਰ ਸਾਹਿਬ। ਸਪੀਕਰ ਸਾਹਿਬ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਮੁਬਾਰਕਬਾਦ ਦਿੰਦਾ ਤੇ ਨਾਲ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ, ਜਿਨ੍ਹਾਂ ਦੀ ਅਗਵਾਈ 'ਚ ਪੰਜਾਬ ਨੇ ਇੱਕ ਇਤਿਹਾਸਿਕ ਜਿਹੜਾ ਮੈਂਡੇਟ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ। ਤੇ ਇਕੱਲਾ ਮੈਂਡੇਟ ਨਹੀਂ, ਉਸ ਤੋਂ ਬਾਅਦ ਉਹਨਾਂ ਨੇ
जिस तरह के मुख्य मंत्री बनने तो बाद फैसले लए है वो भी इतिहासक है। नहीं आम तौर पर रवायती चल पई सी कि जो वोटां 5-4 महीने रह जाते हैं उदों नौकरियां कढ़ियां जांदियां, उदों वड्डे फैसले ले जाते। ये पहले दिन तो जिहड़े फैसले लै रहे हैं अज इहनूं भी पंजाब देख रहे हैं ते आउण वाले समय आपां 5 साल की करना है इहनूं भी पंजाब के लोगों ने देखना। स्पीकर साहब पिछली बारी तुसीं असां सारे जिन्ने साडे मैंबर ने पहली बारी चुन के इस सदन के अंदर आए थे। मेरे याद है मैं जो पिछली बारी इत्थे आया सी उदों पहला कदे विधान सभा कित्थे है, किधर की एंट्री होंदी है, कित्थों पौड़ियां चढ़दियां ये भी नहीं सी पता। अज भी साडे बहुत सारे मैंबर इन्ना चोह है भी जिन्हां ने कदे आ गैसट गैलरी दे विच भी बैठ के सदन नहीं देखा, पहली बार जाके इत्थे आए। सो असीं बड़े सीनियर मैंबर अज भी सदन के अंदर मौजूद है, पहले इधर कुर्सियां ते बैठते रहे, चंगी गल करते सी। बाजवा साहब बैठे है, हमेशा सानू भी एप्रीशिएट करते सी, बड़ा सीखण नूं भी मिलिया। पर क्योंकि पिछली बार असीं भी पहली बार आए सी, सुनते सी भी इस हाउस की बड़ी मर्यादा हैगी, बड़ी गरिमा हैगी। पर असीं जिवें बिलासपुर साहब ने कहा पिछली बार इत्थे गाली गलोच भी होंदे देखिया, इत्थे निजी टिप्पणियां भी कीतियां जांदियां सी, इतों तक कि इत्थे विचाले आ जाते सी, गाली गलोच एक दूजे नूं फड़ के ले जाना पैंदा पिछे नूं भी ना भाई लड़ना नहीं, मार्शल भी बुलाए जाते रहे। सो मेरी देखो असीं तां दूजी बार इत्थे कई इदां दे मैंबर आ जिहड़े चौथी पंजवीं बार जित के आए ने। सो जिन्ने इत्थे मैंबर आए ने ना इन्हां ने इत्थे सदा रहना ना असीं रहना, ये हाउस ने इत्थे चलदे ही रहना। पर जिहड़े अज पहली बार आए ने साडे नालों ज़्यादा जिहड़े तुसीं सीनियर मैंबर ने इन्हां ने थोड़े तो इत्थों सीख के जाना भी किस तरह आने वाले समय जिहड़ी आ ये हाउस की मर्यादा रहूगी, ये हाउस की गरिमा रहूगी। सो मेरी सारे साडे सत्कारयोग साथियों नूं यही बेनती है कि आपां सुचज्जे ढंग नाल, क्योंकि देखो तुसीं ओपोजिशन दे विच हो, ये तां होना नहीं, तुहानूं किसी गल ते विरोध भी करना पैना, तुसीं अपना विरोध भी रजिस्टर करवाउणा, पर आपां सुचज्जे ढंग नाल इस बार ये हाउस नूं चलाइए ताकि जिवें मुख मंत्री साहब ने कहा कि पूरे हिंदुस्तान के अंदर एक एग्जाम्पल जिहड़ी है सैट होवे, इहदे नाल नाल साडीआं आउण वालीआं जिहड़ियां इत्थे जनरेशन जिन्हां ने बैठना वो भी ताकि साडे जिहड़े जिद्दां दा असीं अज एग्जाम्पल सैट करांगे तो सेध लैके आउण वाले समय भी इस हाउस को चला सकां। सो मैं अखीर ते स्पीकर साहब तुहानूं दुबारा मुबारकबाद दिंदा, भगवंत सिंह मान जी नूं जिन्हां ते लोकां ने बहुत बड़ा विश्वास जताया उन्हां नूं मुबारकबाद दिंदा ते परमात्मा अगे अरदास करदा कि जिन्ने साडे सत्ता धिर दे मैंबर ने ते जिन्ने भी ओपोजिशन दे ने परमात्मा सारिआं ते मेहर फरियाद रखे ते समत बख्शे कि ईमानदारी नाल पंजाब दे लोकां दी 3 करोड़ आबादी दी सेवा कर सके। शुक्रिया मंत्री जी। बीबा इंद्रजीत कौर मान जी। मानयोग स्पीकर साहब, सब तो पहला तो बहुत बहुत मुबारक जी अज की इस सर्वसम्मति नाल चोण लई। बहुत बहुत मानयोग साडे सीएम साहब उन्होंने मुबारक, बहुत मुबारक नवे चुने हुए मंत्रीगण जी ने, नवे चुने हुए सारे ओपोजिशन ते आम आदमी पार्टी के विधायक साहबानां नूं अज ये इतिहासक मौका जिहड़ा मिलिआ जी सानूं रवायती पार्टियां ने जिन्होंने लोगों को छटक समझ के रोल के रखा हुआ सी जी, अज आम आदमी पार्टी ने मान सम्मान दे के विधायक बना के इस पवित्र सदन के पहुंचाया। बहुत बहुत धन्यवाद तुहाडा कि अज ही तुसीं ये रवायत जी आम आदमी पार्टी तोड़नी चाहती है कि हर एक को बराबर बोलने का मौका मिले। एक छोटी जी गुजारिश से पहली बारी सदन के एक 15 साल सरपंच जिहने कीती होवे सदन के खड़े ते उन्होंने बोलने का मौका मिला। चंगी शुरुआत, चंगी मिहनत और एक होर बड़ा मौका लाइव पंजाब के लोग साडे नाल भावनात्मक तौर पर जुड़े ने। असीं अपणियां भावनावां लैके उन्होंने दर ते गए और उन्होंने वो साडे नाल भावनात्मक तौर पर जुड़े ने। आने वाले समय के पंजाब का हर बशिंदा लीडर होएगा। तुसीं देखो ये भगवंत मान साहब की सोच है
ਜਿਹੜੀ ਸਾਨੂੰ ਅਪਣਾ ਕੇ ਜਿਹੜੀ ਸੰਗਤ ਨੇ ਜਨਤਾ ਨੇ ਸਾਨੂੰ ਇੰਨਾ ਬਹੁਮਤ ਦੇ ਕੇ ਇੱਥੇ ਪਹੁੰਚਾਇਆ। ਲਾਈਵ ਜਿਹੜਾ ਟੈਲੀਕਾਸਟ ਆ ਬਹੁਤ ਵੱਡੀ ਰਾਹਤ ਤੇ ਬਹੁਤ ਵੱਡਾ ਇੱਕ ਤੋਹਫਾ ਹੋਏਗਾ ਪੰਜਾਬ ਦੇ ਲੋਕਾਂ ਵਾਸਤੇ ਕਿ ਸੰਸਦ ਦੇ ਵਿੱਚ ਚੱਲਦੇ ਹੋਏ ਕੰਮਕਾਰ ਨੂੰ ਦੇਖਣਾ, ਨਾਲ ਜੁੜਨਾ ਔਰ ਸਾਨੂੰ ਹੋਰ ਵੱਡੀ ਬਹੁਤ ਮਿਲੇਗੀ। ਇਸ ਤੋਂ ਵੀ ਅਗਲੀ ਵਾਰ ਆਉਂਦੇ ਹੋਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਨਾਲ ਸਾਡੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਨੇ ਮਿਹਰਬਾਨੀ ਚੱਲ ਕੀਤੀ ਜੀ। ਸ਼ੁਕਰੀਆ ਜੀ। ਧੰਨਵਾਦ ਜੀ। ਸਰਦਾਰ ਪ੍ਰਗਟ ਸਿੰਘ ਜੀ। ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਤਾਂ ਅੱਜ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਔਰ ਮੁਬਾਰਕਬਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਔਰ ਇਹਨਾਂ ਦੀ ਸਮੁੱਚੀ ਟੀਮ, ਕਿਉਂਕਿ ਇਹ ਪੋਲੀਟੀਕਲ ਕਰੈਕਸ਼ਨ ਹੋਈ ਆ ਮੇਰੇ ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਆ ਪਿਛਲੇ ਸਮੇਂ ਦੇ ਵਿੱਚ ਜੋ ਗਲਤੀਆਂ ਹੋਈਆਂ, ਕਿਉਂਕਿ ਪੰਜਾਬੀ 20-25 ਸਾਲ ਬਾਅਦ 30 ਸਾਲ ਬਾਅਦ ਕਿਤੇ ਨਾ ਕਿਤੇ ਇਹੋ ਜਿਹੇ ਫੈਸਲੇ ਲੈਂਦੇ ਆ। ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਕਿਉਂਕਿ ਨਵੀਂ ਟੀਮ ਬਣ ਕੇ ਆਈ ਆ। ਮਾਨ ਸਾਹਿਬ ਕੋਈ ਲਾਇਬਿਲਿਟੀ ਨਹੀਂ ਹੈ, ਸਾਰਾ ਕੁਛ ਐਸਡੀ ਹੈ। ਅੱਜ ਸ਼ੁਰੂਆਤ ਹੋਈ ਹੈ, ਆਪਾਂ ਇਸ ਸ਼ੁਰੂਆਤ ਨੂੰ ਇੱਕ ਚੰਗੇ ਮਾਹੌਲ ਦੇ ਵਿੱਚ ਸ਼ੁਰੂਆਤ ਹੋਈ ਹੈ ਔਰ ਉਹ ਜਿਹੜੇ ਪੰਜਾਬ ਦੇ ਇਸ਼ੂ ਹੈ, ਕਿਉਂਕਿ ਦਿੱਲੀ ਬਹੁਤ ਬੰਦਿਆਂ ਨੂੰ ਖਰਾਬ ਕਰਦੀ ਹੈ, ਤੁਸੀਂ ਵੀ ਥੋੜਾ ਜਿਹਾ ਧਿਆਨ ਰੱਖਿਓ। ਔਰ ਉੱਥੇ ਜਿਹੜੀ ਬਿਊਰੋਕ੍ਰੇਸੀ ਬੈਠੀ ਆ, ਕਿਉਂਕਿ ਰਿਸਪੌਂਸਿਬਿਲਿਟੀ ਆਪਾਂ ਇਹਨਾਂ ਨੂੰ ਵੀ ਪੂਰੀ ਦੇਣੀ ਆ, ਕਿਉਂਕਿ ਜਿਹੜੀਆਂ ਫਾਈਲਾਂ ਇੱਧਰ ਉੱਧਰ ਘੁੰਮਦੀਆਂ ਰਹੀਆਂ, ਕਿਉਂਕਿ ਮੈਂ ਵੀ ਪਿਛਲੇ 10 ਸਾਲ ਦੇ ਵਿੱਚ ਦੇਖਿਆ ਤੇ ਮੈਂ ਕਿਤੇ ਕਨਵੇ ਵੀ ਕੀਤਾ ਆਪਣੇ ਚੀਫ ਮਿਨਿਸਟਰਾਂ ਨੂੰ। ਚਲੋ ਇਹ ਤਾਂ ਹੁਣ ਆਉਣ ਵਾਲਾ ਮਾਨ ਸਾਹਿਬ ਸਮਾਂ ਦੱਸੂਗਾ ਵੀ ਮੈਂ ਤਾਂ ਦੋਨਾਂ ਤੋਂ ਮੈਂ ਇਸ ਕਰਕੇ ਕਹਿੰਦਾ, ਕਿਉਂਕਿ ਆਪਾਂ ਉਸ ਇਮੋਸ਼ਨ ਦੇ ਵਿੱਚੋਂ ਨਿਕਲੇ ਆ ਜਿੱਥੇ ਇੱਕ ਆਪਾਂ ਕਿਤੇ ਨਾ ਕਿਤੇ ਦੇਸ਼ ਦੇ ਉਹਨਾਂ ਨਿਆਣਿਆਂ ਲੈ ਕੇ ਤੇ ਉਸ ਬੁਲੰਦੀਆਂ ਤੱਕ ਸੋਚ ਰੱਖੀ ਹੈਗੀ ਆ, ਉਹ ਸਪਿਰਿਟ ਹੈਗੀ ਆ। ਮੈਂ ਤਾਂ ਉਸ ਸਪਿਰਿਟ ਦੀ ਗੱਲ ਕਰਦਾ ਕਿ ਆਪਾਂ ਸਾਰੇ ਜਣੇ ਰਲ ਕੇ, ਕਿਉਂਕਿ ਜਿਹੜੇ ਵੀ ਪੰਜਾਬ ਦੇ ਇਸ਼ੂ ਹੈ ਉਹਨਾਂ ਨੂੰ ਉੱਥੇ ਲਿਆ ਕੇ ਖੜਾ ਕਰੀਏ ਔਰ ਉਹਨੂੰ ਸੋਲਿਊਸ਼ਨ ਤੱਕ ਲੈ ਕੇ ਜਾਈਏ। ਲੋਕੀ ਸਿਸਟਮ ਦੀ ਕਰੈਕਸ਼ਨ ਮੰਗਦੇ ਆ, ਲੋਕੀ ਕਿਤੇ ਟੋਲ ਫ੍ਰੀ ਨੰਬਰ ਨਹੀਂ ਮੰਗਦੇ, ਉਹਦੇ ਤੇ ਇੰਪਲੀਮੈਂਟੇਸ਼ਨ ਮੰਗਦੇ ਆ। ਕਿਉਂਕਿ ਮੈਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਥੋੜੀ ਬਹੁਤੀ ਨੌਕਰੀ ਕੀਤੀ ਹੈਗੀ ਆ, ਕਿਉਂਕਿ ਟੋਲ ਫ੍ਰੀ ਨੰਬਰ ਪਹਿਲਾਂ ਵੀ ਬੜੇ ਇਸ਼ੂ ਹੋਏ ਆ। ਮੈਂ ਤਾਂ ਇਸ ਕਰਕੇ ਆਗਾਹ ਕਰਦਾ, ਕਿਉਂਕਿ ਅੱਜ ਆਪਣੇ ਕੋਲ ਕੋਈ ਲਾਇਬਿਲਿਟੀ ਨਹੀਂ ਹੈ, ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਲਾਇਬਿਲਿਟੀ ਹੁੰਦੀ ਆ, ਕਿਸੇ ਟਾਈਮ ਕਿਸੇ ਨੇ ਕੁਛ ਕਿਹਾ ਹੁੰਦਾ, ਕਿਸੇ ਟਾਈਮ ਕਿਸੇ ਨੇ ਕੁਛ ਕਿਹਾ ਹੁੰਦਾ। ਸੋ ਮੈਂ ਤਾਂ ਅੱਜ ਮੁਬਾਰਕਬਾਦ ਦਿੰਦਾ ਔਰ ਇਹ ਆਸ ਕਰਦਾ, ਔਰ ਖਾਸ ਕਰਕੇ ਸਾਡੀ ਬਿਊਰੋਕ੍ਰੇਸੀ ਨੂੰ, ਕਿਉਂਕਿ ਸਾਡੇ ਚੀਫ ਸੈਕਟਰੀ ਸਾਹਿਬ ਬੈਠੇ ਆ, ਕਿਉਂਕਿ ਮੈਨੂੰ ਇਹਦੇ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ, ਕਿਉਂਕਿ ਕੁਛ ਇਸ਼ੂ ਇਹੋ ਜਿਹੇ ਹੈਗੇ ਆ ਜਿਹੜੇ ਆਪਾਂ ਨੂੰ day 1 ਤੋਂ ਹੀ, ਕਿਉਂਕਿ ਕਈ ਵਾਰੀ ਅਸੀਂ ਸਿਪਾਹੀ ਨੂੰ ਫੜ ਕੇ 500 ਰੁਪਏ ਦੀ ਰਿਸ਼ਵਤ ਨਾਲ ਤੇ ਬਹੁਤ ਖੁਸ਼ ਹੁੰਦੇ ਆ। ਸਾਡੇ ਬਹੁਤ ਵੱਡੀਆਂ ਜਿਹਦੇ ਵੀ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ, ਕਈ ਵਾਰੀ ਹਜ਼ਾਰਾਂ ਹੀ ਕਰੋੜਾਂ ਵਾਲੇ 10-10, 20-20 ਹਜ਼ਾਰ ਕਰੋੜ ਵਾਲੇ ਵੀ ਉੱਦਾਂ ਹੀ ਜੁੜੇ ਹੁੰਦੇ ਆ। ਉਹਦੇ ਨਾਲ ਹੁੰਦਾ ਕੀ ਆ, ਹੌਲੀ-ਹੌਲੀ ਵਿਸ਼ਵਾਸ ਜਿਹੜਾ ਆ ਕਿਤੇ ਨਾ ਕਿਤੇ ਜਿਹੜਾ ਪੋਲੀਟੀਕਲ ਬੰਦੇ ਤੋਂ ਦੂਰ ਹੁੰਦਾ ਜਾਂਦਾ, ਸਿਸਟਮ ਤੋਂ ਦੂਰ ਹੁੰਦਾ ਜਾਂਦਾ। ਸੋ ਇਸ ਕਰਕੇ ਮੈਂ ਜਿੱਥੇ ਮੁਬਾਰਕਬਾਦ ਦਿੰਦਾ, ਸਪੀਕਰ ਸਾਹਿਬ ਨੂੰ ਮੁਬਾਰਕਬਾਦ ਦਿੰਦਾ। ਸਪੀਕਰ ਸਾਹਿਬ, ਕਿਉਂਕਿ ਇੱਥੋਂ ਆਵਾਜ਼ ਆਉਂਦੀ ਹੁੰਦੀ ਸੀ ਸੰਧਵਾ ਸਾਹਿਬ ਦੀ ਵੀ ਅੱਲਾ ਬੋਲਾ ਸਪੀਕਰ, ਸਾਨੂੰ ਨਾ ਹੀ ਕਹਿਣਾ ਪਵੇ ਔਰ ਸੰਧਵਾ ਸਾਹਿਬ ਹੀ ਕਹਿੰਦੇ ਹੁੰਦੇ ਸੱਚੀ ਗੱਲ ਤੇ ਇਹੀ ਆ। ਸੋ ਇਸ ਕਰਕੇ ਅੱਜ ਮੈਂ ਮੁਬਾਰਕਬਾਦ ਦਿੰਦਾ। ਆਪਾਂ ਸਾਰੇ ਖੁਸ਼ਗਵਾਰ ਮੌਕੇ ਦੇ ਵਿੱਚ ਔਰ ਇੱਕ ਪੋਜ਼ਿਟਿਵ ਔਰ ਇਹਦੀ ਲੰਬੀ ਡਿਸਕਸ਼ਨ ਹੋਵੇ। ਸਾਰੇ ਜਿੰਨੇ ਐਮਐਲਏ ਦਾ, ਕਈ ਵਾਰੀ ਐਮਐਲਏਆਂ ਨੂੰ ਬੋਲਣ ਤੱਕ ਦਾ ਮੌਕਾ ਨਹੀਂ ਮਿਲਦਾ, ਇਹਦੇ ਤੇ ਜਿੰਨਾ ਵੀ ਆਪਾਂ ਲੰਬੀ ਡਿਸਕਸ਼ਨ ਕਰ ਲਈਏ, ਚਾਹੇ ਹਰ ਐਮਐਲਏ ਨੂੰ 10-10, 15-15, 20-20 ਮਿੰਟ ਮਿਲਣ, ਤਾਂ ਕਿ ਉਹ ਆਉਣ ਵਾਲੇ ਸਮੇਂ 'ਚ ਫਿਊਚਰ ਲੀਡਰ ਵੀ ਬਣ ਸਕਣ। ਕਿਉਂਕਿ ਇੱਥੇ ਬੋਲਣਗੇ, ਇੱਥੇ ਆਪਣੇ ਮੁੱਦੇ ਜਿਹੜੇ ਆ ਉਹ ਮਾਰਨਗੇ, ਤਾਂ ਹੀ ਜਾ ਕੇ ਆਪਾਂ ਜਿਹੜਾ ਆਪਣੇ ਹਲਕੇ ਦੀ ਗੱਲ ਕਰ ਸਕਾਂਗੇ। ਉਹ ਰਜਿਸਟਰਡ ਹੋਊਗੀ, ਉਹ ਰਿਕਾਰਡਡ ਹੋਊਗੀ ਤੇ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਜਾ ਕੇ ਫੀਲਡ ਦੇ ਵਿੱਚ ਹੋਊਗੀ। ਸੋ ਇਸ ਮੌਕੇ ਤੇ ਪੂਰੀ ਕੈਬਨਿਟ ਨੂੰ, ਪੂਰੇ ਨਵੇਂ ਸਾਥੀਆਂ ਨੂੰ ਔਰ ਸਪੀਕਰ ਸਾਹਿਬ ਨੂੰ ਔਰ ਮਾਨ ਸਾਹਿਬ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਦਾ। ਧੰਨਵਾਦ। ਬਹੁਤ ਧੰਨਵਾਦ ਜੀ। ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਮੰਤਰੀ ਜੀ। ਮਾਨਯੋਗ ਸਪੀਕਰ ਸਾਹਿਬ, ਤੁਸੀਂ ਅੱਜ ਇਸ ਸਦਨ ਦੇ
ਸਰਬਸੰਮਤੀ ਦੇ ਨਾਲ ਸਪੀਕਰ ਚੁਣੇ ਗਏ ਹੋ। ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ। ਹਾਊਸ ਦੇ ਲੀਡਰ ਸਰਦਾਰ ਭਗਵੰਤ ਸਿੰਘ ਮਾਨ, ਮਾਨਯੋਗ ਚੀਫ ਮਿਨਿਸਟਰ ਸਾਹਿਬ ਨੂੰ ਵੀ ਬਹੁਤ ਬਹੁਤ ਵਧਾਈਆਂ ਨੇ। ਬਹੁਤ ਸਾਰੇ ਸਾਥੀਆਂ ਨੇ, ਪੁਰਾਣੇ ਸਾਥੀਆਂ ਨੇ ਬੜੇ ਵਧੀਆ ਸੁਝਾਅ ਦਿੱਤੇ ਆ। ਐਰਕਾ ਦੀ ਜਿਹੜੀ ਇਲੈਕਸ਼ਨ ਸੀਗੀ ਉਹ ਬਦਲਾਅ ਦੀ ਇਲੈਕਸ਼ਨ ਸੀਗੀ। ਲੋਕ ਜਿਹੜੇ ਅੱਕੇ ਸੀਗੇ, ਇੱਕ ਬਦਲਾਅ ਚਾਹੁੰਦੇ ਸੀਗੇ। ਸੋ ਮੇਰੀ ਇੱਛਾ ਹੈ ਕਿ ਤੁਹਾਡੀ ਅਗਵਾਈ ਦੇ ਵਿੱਚ ਇਸ ਹਾਊਸ ਦੇ ਵਿੱਚ ਵੀ ਬਦਲਾਅ ਜਿਹੜਾ ਉਹ ਨਜ਼ਰ ਆਉਣਾ ਚਾਹੀਦਾ। ਉਸ ਬਦਲਾਅ ਦੀ ਪਹਿਲੇ ਦਿਨ ਦੀ ਝਲਕੀ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀ ਹੈ, ਇਹ ਹਾਊਸ ਦੀ ਬਹੁਤ ਵੱਡੀ, ਮੈਂ ਸਮਝਦਾ ਕਿ ਇੱਦਾਂ ਹੀ ਜਿੱਦਾਂ ਅੱਜ ਮਾਨਯੋਗ ਮੈਂਬਰਾਂ ਨੇ ਸੁਝਾਅ ਦਿੱਤੇ ਹੈ, ਇੱਦਾਂ ਹੀ ਪੰਜਾਬ ਦੇ ਬਹੁਤ ਬਹੁਤ ਵੱਡੇ ਮੁੱਦੇ ਹੈ, ਉਹਨਾਂ 'ਤੇ ਆਪਾਂ ਰਲ ਕੇ ਬੈਠ ਕੇ ਚੰਗੇ ਸੁਝਾਅ ਦੇ ਕੇ ਉਹਨਾਂ ਦਾ ਹੱਲ ਜਿਹੜਾ ਇਹ ਸਦਨ ਦੇ ਰਾਹੀਂ ਜਿਹੜਾ ਆਪਾਂ ਸਾਰੇ ਜਿਹੜੇ ਕਰੀਏ। ਸੋ ਮੈਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿੰਦਾ। ਮਾਨ ਸਾਹਿਬ ਨੂੰ, ਪੂਰੇ ਆਪਣੇ ਸਾਥੀਆਂ ਨੂੰ ਪੂਰੇ ਚੰਗੇ ਢੰਗ ਦੇ ਨਾਲ ਵਧਾਈਆਂ ਦਿੰਦਾ ਹੋਇਆ ਕਾਮਨਾ ਕਰੂੰਗਾ, ਕਿਉਂਕਿ ਅਸੀਂ ਪਹਿਲੀ ਵਾਰ ਚੁਣ ਕੇ ਆਏ। ਅਸੀਂ ਤੁਹਾਡੇ ਕੋਲੋਂ ਤੇ ਜਿਹੜੇ ਸੀਨੀਅਰ ਸਾਥੀ ਨੇ, ਜਿਹੜੇ 4 ਦਾ ਮੈਂਬਰ ਨੇ, ਉਹਨਾਂ ਕੋਲੋਂ ਬਹੁਤ ਜ਼ਿਆਦਾ ਸਿੱਖਣਾ ਹੈ। ਪਰ ਅਸੀਂ ਗਾਲੀ ਗਲੋਚ ਨਹੀਂ ਸਿੱਖਣਾ। ਅਸੀਂ ਇੱਕ ਦੂਜੇ ਨੂੰ ਤੂੰ ਮੈਂ ਕਹਿਣ ਨਹੀਂ ਆਏ। ਅਸੀਂ ਇੱਕ ਚੰਗੀ ਭਾਵਨਾ ਦੇ ਨਾਲ ਆਏ। ਅਸੀਂ ਪੰਜਾਬ ਦੇ ਮੁੱਦੇ ਹੱਲ ਕਰ ਰਹੇ। ਸੋ ਉਹਨਾਂ ਦਾ ਹੌਲ ਜਿਹੜਾ ਚੱਲ ਰਿਹਾ, ਜਿੱਥੋਂ ਨਵੇਂ ਮੈਂਬਰ ਜਿਹੜੇ ਆ ਕੋਈ ਚੰਗੀ ਸਿੱਖਿਆ ਲੈ ਸਕਣ। ਸੋ ਮੈਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿੰਦਾ। ਫਿਰ ਇੱਕ ਵਾਰ ਆਪਣੇ ਚੀਫ ਮਿਨਿਸਟਰ ਸਾਹਿਬ ਨੂੰ, ਮਾਨਯੋਗ ਭਗਵੰਤ ਮਾਨ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ ਦਿੰਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਇਸ ਮੌਕੇ ਤੇ ਵਧਾਈ ਦੇਣਾ ਚਾਹੁੰਦੇ ਆ। ਮੇਰੇ ਵੱਲੋਂ ਤੁਹਾਡੇ ਸਾਰਿਆਂ ਦੀ ਵਧਾਈ ਕਬੂਲ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਮਨ ਕਰਦਾ ਕਿ ਹਰੇਕ ਨੂੰ ਵਧਾਈ ਲਵਾਂ, ਸੁਣਾ, ਲੇਕਿਨ ਸਮੇਂ ਦੀ ਵੀ ਕੋਈ ਸੀਮਾ ਹੈਗੀ ਆ। ਸੋ ਮੈਂ ਹੁਣ ਆਪਦਾ ਜਿਹੜਾ ਤੁਹਾਡਾ ਧੰਨਵਾਦ ਕਰਾਂਗਾ। ਬਲਿਹਾਰੀ ਗੁਰ ਆਪਣੇ ਜੋ ਹਾੜੀ ਸਤਵਾਰ, ਜਿਨ ਮਾਨਸ ਸੇ ਦੇਵਤੇ ਕੀਏ ਕਰਤ न लागी पार। मैं परम पिता परमात्मा वाहिगुरू का शुकराना अदा करता हूँ, जिन्हों की अपार कृपा सदका मैनू इस सदन की सेवा करने का मौका मिला। मैं इस मुकद्दस सदन के नेता मानयोग मुख्यमंत्री पंजाब भगवंत मान जी ਅਤੇ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਕਿ ਆਪ ਸਭ ਨੇ ਮੈਨੂੰ ਇਸ ਪਵਿੱਤਰ ਸਦਨ ਦੇ ਸਪੀਕਰ ਵਜੋਂ ਫਰਜ਼ ਨਿਭਾਉਣ ਲਈ ਸਰਬਸੰਮਤੀ ਨਾਲ ਚੁਣਿਆ। ਇਸ ਮਾਣ ਸਤਿਕਾਰ ਲਈ ਆਪ ਸਭ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹੈ। ਇਸ ਵੱਡੀ ਜ਼ਿੰਮੇਵਾਰੀ ਨੂੰ ਨਿਮਰਤਾ, शुक्रगुजारी नाल स्वीकार करदे मैं इस सदन के समूह मैंबर साहबान विश्वास दिलाना कि मैं स्थापित परंपरावां अते नियमां तहत आप सब दीआं उम्मीदां ते खरा उतरन की हर संभव कोशिश करूं। इस दे नाल ही मैं धन्नवादी हां आम आदमी पार्टी के नैशनल कन्वीनर श्रीमान अरविंद केजरीवाल जी ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਜਿਹਦੇ ਸਾਡੇ ਰਾਜੂ ਕੱਢਾ ਜੀ, ਸੰਦੀਪ ਪਾਠਕ ਜੀ, ਜਿਨ੍ਹਾਂ ਨੇ ਪਿੱਛੇ ਰਹਿ ਕੇ ਦੱਸਿਆ ਕਿ ਕਿਸ ਤਰ੍ਹਾਂ ਸੇਵਾ ਹੁੰਦੀ ਹੈ, ਜਿਨ੍ਹਾਂ ਨੇ ਮੈਨੂੰ ਸਪੀਕਰ ਦੇ ਉੱਚ ਅਹੁਦੇ ਲਈ ਯੋਗ ਸਮਝਿਆ, ਮੈਂ ਉਹਨਾਂ ਦਾ ਧੰਨਵਾਦੀ ਹਾਂ। ਮੈਨੂੰ ਖੁਸ਼ੀ ਹੈ ਕਿ ਇਹਨਾਂ ਚੋਣਾਂ ਦੌਰਾਨ श्री अरविंद केजरीवाल जी ਅਤੇ सरदार भगवंत मान जी की करिश्माई लीडरशिप ਵਿੱਚ पंजाब के लोगों ने मुकम्मल विकास ਜਿਹੜਾ ਉਹਦਾ ਵਿਸ਼ਵਾਸ ਦਿੱਤਾ ਹੈ। ਪਹਿਲਾਂ ਸਾਡੀ ਰਾਜਨੀਤੀ ਲੋਕਾਂ ਨੂੰ ਵੰਡ ਕੇ ਵੋਟਾਂ ਲੈਣੀ ਸੀ, ਇਸ ਵਾਰ ਪੰਜਾਬ ਦੀ ਯਕ ਮੁਸ਼ਤ ਹੋ ਕੇ ਆਪਦਾ ਮੈਂਡੇਟ ਦਿੱਤਾ। ਇਸ ਵਾਰ लोगों ने फतवे ਨਾਲ इस सदन की जो इतिहासिक तस्वीर बनी है
ਇਤਿਹਾਸਿਕ ਤਸਵੀਰ ਹੈ, ਉਸ ਨੂੰ ਵੇਖ ਕੇ ਮੈਂ ਕਹਿ ਸਕਦਾ ਕਿ ਪੰਜਾਬੀਆਂ ਨੇ ਇਤਿਹਾਸ ਸਿਰਜਿਆ ਕਿ ਆਮ ਘਰਾਂ ਨਾਲ ਸੰਬੰਧਿਤ ਮਿਹਨਤੀ ਤੇ ਹਰ ਵਰਗ ਦੇ ਵਰਕਰਾਂ ਨੂੰ ਆਪਣੇ ਪ੍ਰਤੀਨਿਧੀਆਂ ਵਜੋਂ ਚੁਣਿਆ, ਜਿਨ੍ਹਾਂ ਵਿੱਚ ਵਕੀਲ ਨੇ, ਡਾਕਟਰ ਸਾਹਿਬਾਨ ਨੇ, ਕਿਸਾਨ ਨੇ, ਮਜ਼ਦੂਰ ਨੇ, ਦੁਕਾਨਦਾਰ, ਵਪਾਰੀ ਨੇ ਤੇ ਨੌਜਵਾਨ, ਸਾਰੇ ਵਰਗਾਂ। ਲੋਕਾਂ ਦੇ ਇਸ ਫਤਵੇ ਨਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਵਿੱਚ ਵਾਧਾ ਵੀ ਹੋਇਆ। ਪੰਜਾਬ ਦੇ ਲੋਕਾਂ ਨੇ ਇਹਨਾਂ ਚੋਣਾਂ ਵਿੱਚ ਇਨਕਲਾਬੀ ਫੈਸਲੇ ਕੀਤੇ ਹਨ ਅਤੇ ਅਸੀਂ ਖੁਸ਼ਕਿਸਮਤ ਹਾਂ ਜਿਨ੍ਹਾਂ ਤੇ ਲੋਕਾਂ ਨੇ ਭਰੋਸਾ ਦਿੱਤਾ ਹੈ। ਇਸ ਲਈ ਹੁਣ ਸਾਡੀ ਵਾਰੀ ਹੈ, ਆਪਣੇ ਸਾਰਿਆਂ ਦੀ ਵਾਰੀ ਹੈ ਕਿ ਅਸੀਂ ਸਾਰੇ ਆਪਣੇ ਨਿੱਜੀ ਸਵਾਰਥਾਂ ਅਤੇ ਪਾਰਟੀ ਲੀਹਾਂ ਤੋਂ ਉੱਪਰ ਉੱਠ ਕੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੀਏ। ਦੁਨੀਆ ਦੇ ਮਹਾਨ ਸਾਹਿਤਕਾਰ ਸ਼ੇਕਸਪੀਅਰ ਦਾ ਕਹਿਣਾ ਹੈ, uneasy lies the head that bears the crown। ਅਰਥਾਤ ਜਦੋਂ ਜਨਤਾ ਦੁਆਰਾ ਕਿਸੇ ਇਨਸਾਨ ਨੂੰ ਆਪਣਾ ਪ੍ਰਤੀਨਿਧੀ ਬਣਾ ਲਿਆ ਜਾਂਦਾ ਹੈ ਤਾਂ ਜਨਤਾ ਤਾਂ ਆਰਾਮ ਨਾਲ ਸੌ ਜਾਂਦੀ ਹੈ, ਪਰ ਉਹ ਪ੍ਰਤੀਨਿਧੀ ਨੂੰ ਸੌਣ, ਉਹ ਜਿਹੜੀ ਜ਼ਿੰਮੇਵਾਰੀ ਹੈ ਉਸ ਪ੍ਰਤੀਨਿਧੀ ਨੂੰ ਸੌਣ ਨਹੀਂ ਦਿੰਦੀ, ਕਿਉਂਕਿ ਰਾਤਾਂ ਨੂੰ ਵੀ ਜਨਤਾ ਦੇ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਉਸ ਨੂੰ ਬੇਚੈਨ ਰੱਖਦਾ ਹੈ। ਅਜਿਹਾ ਹੋਣਾ ਸੁਭਾਵਿਕ ਵੀ ਹੈ, ਕਿਉਂਕਿ ਅਜਿਹਾ ਅਹਿਸਾਸ ਤੇ ਬੇਚੈਨੀ ਹੋਣਾ ਇੱਕ ਸੱਚੇ ਤੇ ਕਰਮਸ਼ੀਲ ਪ੍ਰਤੀਨਿਧੀ ਦੀ ਨਿਸ਼ਾਨੀ ਹੈ। ਮੈਂ ਵਿਰੋਧੀ ਧਿਰ ਦੇ ਮਾਨਯੋਗ ਮੈਂਬਰ ਸਾਹਿਬਾਨ ਦਾ ਅਤੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਸਦਨ ਦੇ ਸਪੀਕਰ ਵਜੋਂ ਨਿਰਵਿਰੋਧ ਸਰਬਸੰਮਤੀ ਨਾਲ ਚੁਣਿਆ। ਵਿਰੋਧੀ ਧਿਰ ਵੱਲੋਂ ਮੇਰੇ ਪ੍ਰਤੀ ਪ੍ਰਗਟਾਇਆ ਗਿਆ ਇਹ ਭਰੋਸਾ ਮੈਨੂੰ ਹੋਰ ਜ਼ਿੰਮੇਵਾਰੀ ਨਾਲ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰੇਗਾ। ਮੈਨੂੰ ਅਜਿਹੇ ਭਰੋਸੇ ਅਤੇ ਸਹਿਯੋਗ ਦੀ ਭਵਿੱਖ ਵਿੱਚ ਆਸ ਵੀ ਰਹੇਗੀ ਜੋ ਇਸ ਸਦਨ ਦੀ ਕਾਰਵਾਈ ਨੂੰ ਸਥਾਪਿਤ ਪਰੰਪਰਾਵਾਂ ਅਤੇ ਨਿਯਮਾਂ ਅਨੁਸਾਰ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਸਕੇ। ਮੈਨੂੰ ਉਮੀਦ ਹੈ ਕਿ ਵਿਰੋਧੀ ਧਿਰ ਉੱਚ ਪਾਰਲੀਮੈਂਟਰੀ ਰਵਾਇਤਾਂ ਦੀ ਸ਼ਾਨ ਅਤੇ ਮਜ਼ਬੂਤੀ ਲਈ ਸਦਨ ਦੇ ਅੰਦਰ ਡਿਬੇਟ ਅਤੇ ਡਿਸਕਸ਼ਨ ਵਿੱਚ ਨਿੱਘਰ ਅਤੇ ਨਿਰੋਏ ਤਰੀਕੇ ਨਾਲ ਭਾਗ ਲਵੇਗੀ। ਇਹ ਸਦਨ ਸਿਰਫ ਕਾਨੂੰਨ ਬਣਾਉਣ ਵਾਲੀ ਸੰਸਥਾ ਨਹੀਂ ਹੈ, ਬਲਕਿ ਇਹ ਸਦਨ ਸੂਬੇ ਦੇ 3 ਕਰੋੜ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਵੀ ਕਰਦਾ ਹੈ। ਇਸ ਲਈ ਮੈਂ ਸੱਤਾ ਧਿਰ ਅਤੇ ਵਿਰੋਧੀ ਧਿਰ ਨੂੰ ਬੇਨਤੀ ਕਰਾਂਗਾ ਕਿ ਅਸੀਂ ਮਿਲ ਕੇ ਇਸ ਪਵਿੱਤਰ ਸਦਨ ਨੂੰ ਰਾਜਨੀਤਿਕ ਸੰਵਾਦ ਦਾ ਮੰਚ ਬਣਾਉਂਦੇ ਹੋਏ ਹੋਰ ਚੰਗੀਆਂ ਰਵਾਇਤਾਂ ਕਾਇਮ ਕਰੀਏ, ਜਿਸ ਦਾ ਸੁਨੇਹਾ ਪੂਰੀ ਦੁਨੀਆ ਵਿੱਚ ਚੱਲੇ, ਤਾਂ ਕਿ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਪੰਜਾਬੀ ਸਾਡੇ ਤੇ ਮਾਣ ਕਰ ਸਕਣ। ਇਸ ਸਦਨ ਵਿੱਚ ਕਾਫੀ ਗਿਣਤੀ ਵਿੱਚ ਅਜਿਹੇ ਮੈਂਬਰ ਹਨ ਜੋ ਪਹਿਲੀ ਵਾਰ ਚੁਣੇ ਗਏ ਅਤੇ ਜ਼ਿਆਦਾਤਰ ਵਿਧਾਇਕ ਨੌਜਵਾਨ ਵਰਗ ਦੀ ਪ੍ਰਤੀਨਿਧਤਾ ਕਰਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ, ਇੱਕ ਵਿਧਾਤਾ ਤੇ ਵਿਧਾਤਾ ਨੇ ਤੁਹਾਨੂੰ ਵਿਧਾਇਕ ਹੋਣ ਦਾ ਮਾਣ ਬਖਸ਼ਿਸ਼ ਕੀਤਾ ਹੈ। ਮੈਂ ਇਹਨਾਂ ਸਾਰਿਆਂ ਦੇ ਚੰਗੇ ਅਤੇ ਖੁਸ਼ੀਆਂ ਭਰੇ ਸਿਆਸੀ ਜੀਵਨ ਲਈ ਕਾਮਨਾ ਕਰਦਾ ਹੋਇਆ ਬੇਨਤੀ ਕਰਾਂਗਾ ਕਿ ਤੁਸੀਂ ਭਾਰਤੀ ਸੰਵਿਧਾਨ ਦੇ ਉਪਬੰਧਾਂ ਦੇ ਨਾਲ ਇਸ ਸਦਨ ਦੇ ਰੂਲਸ ਆਫ ਪ੍ਰੋਸੀਜਰ ਐਂਡ ਕੰਸਟਰਕਸ਼ਨ ਆਫ ਬਿਜ਼ਨਸ ਨੂੰ ਧਿਆਨ ਨਾਲ ਪੜ੍ਹੋ, ਕਿਉਂਕਿ ਇਹਨਾਂ ਨਿਯਮਾਂ ਅਨੁਸਾਰ ਇਹ ਹਾਊਸ ਨੇ ਕੰਮਕਾਜ ਕਰਨਾ ਹੈ। ਇਸ ਮੰਤਵ ਲਈ ਜਿੱਥੇ ਵਿਧਾਨ ਸਭਾ ਦਾ ਸਟਾਫ ਤੁਹਾਡੀ ਸਹਾਇਤਾ ਲਈ ਮੌਜੂਦ ਰਹੇਗਾ, ਉੱਥੇ ਮੇਰੇ ਦਫ਼ਤਰ ਅਤੇ ਘਰ ਦੇ ਬੂਹੇ ਵੀ ਤੁਹਾਡੇ ਲਈ ਹਰ ਸਮੇਂ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਇਸ ਸਦਨ ਦੇ ਅੰਦਰ ਤੁਹਾਡਾ ਵਧੀਆ ਆਚਰਣ ਤੇ ਸ਼ਿਸ਼ਟਾਚਾਰ ਤੁਹਾਡੀ ਪਹਿਚਾਣ ਬਣ ਜਾਵੇ। ਤੁਹਾਡੇ ਲਈ ਪੁਰਾਣੀਆਂ ਡਿਬੇਟਸ ਵੀ ਪੜ੍ਹਨੀਆਂ ਜ਼ਰੂਰੀ ਹਨ ਤਾਂ ਕਿ ਹਾਊਸ ਵਿੱਚ ਤੁਹਾਡੇ ਵੱਲੋਂ ਚੰਗੀ ਪੇਸ਼ਕਾਰੀ ਹੋਵੇ। ਇਸ ਵਾਸਤੇ ਆਪਣੀ ਸੀਨੀਅਰ ਲੀਡਰਸ਼ਿਪ ਤੋਂ ਮਾਰਗਦਰਸ਼ਨ ਵੀ ਲਿਆ ਜਾ ਸਕਦਾ ਹੈ ਔਰ ਮਾਨ ਸਾਹਿਬ ਵਰਗੇ ਜਿਨ੍ਹਾਂ ਨੇ ਕਮਾਲ ਕਰ ਦਿੱਤੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ, ਤੇ ਇਸ ਹਾਊਸ ਦੇ ਲੀਡਰ ਨੇ, ਤੋਂ ਇਹਨਾਂ ਤੋਂ ਮਾਰਗਦਰਸ਼ਨ ਵੀ ਲਿਆ ਜਾਵੇ। ਇਸ ਦੇ ਨਾਲ ਹੀ ਮੈਂ ਇਸ ਸਦਨ ਦੇ ਨੌਜਵਾਨ ਪ੍ਰਤੀਨਿਧੀਆਂ ਦਾ ਧਿਆਨ ਦੁਨੀਆ ਦੇ ਮਸ਼ਹੂਰ ਸਾਹਿਤਕਾਰ ਮਿਸਟਰ ਜਾਰਜ ਬਰਨਾਰਡ ਸ਼ਾਹ ਦੇ ਕਥਨ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ ਆ ਲਾਈਫ ਸਪੈਂਟ ਮੇਕਿੰਗ ਮਿਸਟੇਕਸ
is not only more honorable but more useful than a life spent doing nothing. ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ। ਪੰਜਾਬੀਆਂ ਨੇ ਆਪਣੇ ਸਾਰਿਆਂ ਬਹੁਤ ਵਿਸ਼ਵਾਸ ਪ੍ਰਗਟ ਕੀਤਾ, ਸਾਨੂੰ ਆਪਣੀ ਮੱਤ ਦੇ ਕੇ ਇਸ ਪਵਿੱਤਰ ਸਦਨ ਦੇ ਵਿੱਚ, ਇਸ ਅਜ਼ੀਮ ਸਦਨ ਦੇ ਵਿੱਚ ਭੇਜਿਆ। ਲੋਕਤੰਤਰ ਵਿੱਚ ਨਿਰਪੱਖ ਅਤੇ ਆਜ਼ਾਦ ਪ੍ਰੈਸ ਦਾ ਅਹਿਮ ਯੋਗਦਾਨ। ਮੈਂ ਪ੍ਰੈਸ ਦੇ ਸਤਿਕਾਰਯੋਗ ਨੁਮਾਇੰਦਿਆਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਸਦਨ ਦੀ ਕਾਰਵਾਈ ਨੂੰ ਪੂਰੀ ਜ਼ਿੰਮੇਵਾਰੀ ਨਾਲ ਪਹਿਲਾਂ ਵੀ ਨਿਭਾਉਂਦੇ ਰਹੇ ਆ ਤੇ ਅੱਗੇ ਵੀ ਪੂਰੀ ਜ਼ਿੰਮੇਵਾਰੀ ਤੇ ਨਿਰਪੱਖਤਾ ਨਾਲ ਲੋਕਾਂ ਤੱਕ ਪਹੁੰਚਾਉਣਗੇ ਅਤੇ ਉਸਾਰੂ ਸੋਚ ਨੂੰ ਅੱਗੇ ਰੱਖਦੇ ਹੋਏ ਚੰਗੀਆਂ ਡਿਬੇਟ ਤੇ ਡਿਸਕਸ਼ਨ ਨੂੰ ਨਿਯਮਾਂ ਤਹਿਤ ਪ੍ਰਮੁਖਤਾ ਨਾਲ ਛਾਪਣਗੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਸਦਨ ਵਿੱਚ ਕਿਸ ਮੁੱਦੇ ਤੇ ਅਤੇ ਕਿਹੋ ਜਿਹੀ ਬਹਿਸ ਹੋ ਰਹੀ ਹੈ। ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਪੰਜਾਬ ਦੇ ਬੱਚਿਆਂ ਨੂੰ ਵੀ ਮੈਂ ਪ੍ਰੈਸ ਦੇ ਰਾਹੀਂ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਉਹ ਵੀ ਆਪਣੇ ਸਿਲੇਬਸ ਤੋਂ ਬਾਹਰ ਜਾ ਕੇ ਵਿਧਾਨ ਸਭਾ ਦੀਆਂ ਡਿਬੇਟਸ ਪੜ੍ਹਿਆ ਕਰਨ, ਸਦਨ ਦੀ ਕਾਰਵਾਈ ਦੇਖਿਆ ਕਰਨ ਅਤੇ ਰਾਜਪਾਲ ਦੀਆਂ ਪ੍ਰਕਿਰਿਆਵਾਂ ਵਿੱਚ ਹਿੱਸਾ ਬਣਨ, ਕਿਉਂਕਿ ਸਾਡੇ ਤੋਂ ਬਾਅਦ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਹੀ ਪੰਜਾਬ ਨੂੰ ਹੋਰ ਤਰੱਕੀਆਂ ਵੱਲ ਲੈ ਕੇ ਜਾਣਾ ਤੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨੀ ਹੈ, ਇੱਕ ਤੰਦਰੁਸਤ, ਇੱਕ ਰੰਗਲੇ ਪੰਜਾਬ ਦੀ ਸਿਰਜਣਾ ਕਰਨੀ ਹੈ। ਮੇਰੀ ਕੋਸ਼ਿਸ਼ ਹੋਵੇਗੀ ਕਿ ਮੇਰੇ ਤੋਂ ਪਹਿਲਾਂ ਇਸ ਪਦਵੀ ਤੇ ਵਿਰਾਜਮਾਨ ਰਹੀਆਂ ਸ਼ਖਸੀਅਤਾਂ, ਸਰਦਾਰ ਕਪੂਰ ਸਿੰਘ ਵਰਗੀਆਂ ਸ਼ਖਸੀਅਤਾਂ ਵੱਲੋਂ ਸਥਾਪਿਤ ਉੱਚ ਵਿਧਾਨਿਕ ਰਵਾਇਤਾਂ ਅਤੇ ਕਦਰਾਂ ਕੀਮਤਾਂ ਨੂੰ ਨਾ ਸਿਰਫ ਕਾਇਮ ਰੱਖਿਆ ਜਾਵੇ ਸਗੋਂ ਹੋਰ ਪੱਕਿਆ ਕੀਤਾ ਜਾਵੇ। ਮੈਂ ਇਸ ਸੰਵਿਧਾਨਿਕ ਪਦਵੀ ਦੀ ਜ਼ਿੰਮੇਵਾਰੀ ਨੂੰ ਅਹੁਦੇ ਦੀ ਤਰ੍ਹਾਂ ਨਹੀਂ ਸਗੋਂ ਇੱਕ ਪਵਿੱਤਰ ਫਰਜ਼ ਦੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰਾਂਗਾ। ਸਤਿਕਾਰਯੋਗ ਮੁੱਖ ਮੰਤਰੀ ਜੀ ਅਤੇ ਹੋਰ ਲੀਡਰ ਸਾਹਿਬਾਨ ਜਿਨ੍ਹਾਂ ਨੇ ਮੈਨੂੰ ਵਧਾਈ ਦਿੰਦੇ ਸਮੇਂ ਜੋ ਕੁਝ ਕਿਹਾ ਹੈ, ਮੈਂ ਉਹਨਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਵੀ ਕਰਾਂਗਾ ਔਰ ਮੈਂ ਆਪਣੇ ਵੱਲੋਂ ਤੁਹਾਡਾ ਸ਼ੁਕਰਗੁਜ਼ਾਰ ਨਹੀਂ, ਇਸ ਹਾਊਸ ਦਾ ਸ਼ੁਕਰਗੁਜ਼ਾਰ ਨਹੀਂ ਹਾਂ ਕਿਉਂਕਿ ਮਾਲਵੇ ਨੂੰ ਸਦਨ ਦੀ ਬਤੌਰ ਸਭਾਪਤੀ ਦੀ ਸੇਵਾ ਜਿਹੜੀ ਤੁਸੀਂ ਬਖਸ਼ੀ ਹੈ ਉਹ ਪਹਿਲੀ ਵਾਰੀ ਹੋਈ ਹੈ, ਉਹਦੇ ਲਈ ਮੈਂ ਤੁਹਾਡਾ ਦੋਹਰਾ ਸ਼ੁਕਰਗੁਜ਼ਾਰ। ਬਾਕੀ ਸਦਨ ਦੀ ਕਾਰਵਾਈ ਨੂੰ ਬਿਹਤਰ ਤਰੀਕੇ ਨਾਲ ਚਲਾਉਣ ਲਈ ਲੀਡਰ ਆਫ ਹਾਊਸ ਜਿਹੜੇ ਲੀਡਰ ਆਫ ਆਪੋਜੀਸ਼ਨ ਆਉਣਗੇ ਉਹਨਾਂ ਸਾਰਿਆਂ ਦੇ ਸੁਝਾਵਾਂ ਦਾ ਮੈਂ ਹਮੇਸ਼ਾ ਵੀ ਕਰਦਾ ਰਹਾਂਗਾ। ਸੱਚੇ ਪਾਤਸ਼ਾਹ ਦੀ ਅਰਦਾਸ ਹੈ ਕਿ ਉਹ ਮੈਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਆਦਰਸ਼ਾਂ ਤੇ ਚੱਲਦੇ ਹੋਏ ਇਸ ਮਾਣ ਵਾਲੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸੰਮਤ ਬਖਸ਼ੇ। ਅੰਤ ਵਿੱਚ ਮੈਂ ਸਦਨ ਦੇ ਨੇਤਾ ਮੁੱਖ ਮੰਤਰੀ, ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ, ਸਾਡੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਸਮੂਹ ਮੈਂਬਰ ਸਾਹਿਬਾਨ ਅਤੇ ਮੀਡੀਆ ਦੇ ਨੁਮਾਇੰਦਿਆਂ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਅਸੀਂ ਸਾਰੇ ਇਸ ਪਵਿੱਤਰ ਸਦਨ ਦੀ ਮਾਣ ਮਰਿਆਦਾ ਤੇ ਪ੍ਰਤਿਸ਼ਠਾ ਨੂੰ ਸਮਝਦੇ ਹੋਏ ਆਪਣੇ ਆਪਣੇ ਫਰਜ਼ਾਂ ਨੂੰ ਬਖੂਬੀ ਨਿਭਾਵਾਂਗਾ ਔਰ ਮੈਂ ਅੱਜ ਤੋਂ ਐਲਾਨ ਕਰਦਾ ਕਿ ਹੁਣ ਇਹ ਸਪੀਕਰ ਤੁਹਾਡੇ ਸਾਰਿਆਂ ਦਾ ਔਰ ਮੈਂ ਆਪ ਸਭ ਤੋਂ ਪੂਰਨ ਮਿਲਵਰਤਨ ਤੇ ਸਹਿਯੋਗ ਦੀ ਆਸ ਰੱਖਦਾ ਹਾਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਜੈ ਹਿੰਦ। ਹੁਣ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਅੱਜ 2 ਵਜੇ ਬਾਅਦ ਦੁਪਹਿਰ ਮਾਨਯੋਗ ਰਾਜਪਾਲ ਜੀ ਦਾ ਭਾਸ਼ਣ ਹੈ, ਜਿਸ ਲਈ ਅਸੀਂ ਮੁੜ 1:50 ਤੇ ਇਕੱਤਰ ਹੋਵਾਂਗੇ ਪਰ ਸਦਨ ਦੀ ਰੈਗੂਲਰ ਬੈਠਕ ਕੱਲ ਮਿਤੀ 22/3/2022 ਨੂੰ 10 ਵਜੇ ਸਵੇਰ ਤੱਕ ਸਥਗਿਤ ਹੁੰਦੀ ਹੈ। ਮੈਂ ਮੁੜ ਦੁਹਰਾਉਂਦਾ ਹਾਂ ਕਿ ਅਸੀਂ ਸਾਰਿਆਂ ਨੂੰ ਮਾਨਯੋਗ ਰਾਜਪਾਲ ਜੀ ਦੇ ਭਾਸ਼ਣ ਲਈ ਇਸ ਸਦਨ ਵਿੱਚ ਅੱਜ ਹੀ ਬਾਅਦ ਦੁਪਹਿਰ 1:50 ਤੇ ਮੁੜ ਇਕੱਤਰ ਹੋਣਾ ਹੈ। ਧੰਨਵਾਦ।
ਜੀ